ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦੋ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਦੋਹਰਾ ਭਵਿੱਖਤ ਕੇ ਗੁਰ ਗਿਆਤੇ ਸੋ ਕਰਮ ਸੁਭਾਵ ਸ਼ੋਭ ਅਸ਼ੋਭ ਤਿਸ ਕੇ ਜਾਤੇ ਹ੍ਰਿਦੇ ਪ੍ਰਵਾਹ ਪ੍ਰੇਮ ਕੋ ਲਹਿਓ ਕਾਲਕ ਪੁੰਜ ਜਿਸ ਮਹਿ ਸਭ ਦਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੇ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ। ਸੈਦ ਖਾਨ ਜੋ ਲੱਖਾਂ ਦੀ ਗਿਣਤੀ ਵਿੱਚ ਫੌਜ ਲੈ ਕਰਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਲਈ ਆਇਆ ਦਿੱਲੀ ਤੋਂ, ਪਰ ਸਤਿਗੁਰਾਂ ਦੇ ਸਾਹਮਣੇ ਹੁੰਦਿਆਂ ਹੀ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਦਰਸ਼ਨ ਦੇਖਤ ਹੀ ਸੁਧ ਕੀ ਨ ਸੁਧ ਰਹੀ ਬੁੱਧ ਕੀ ਨ ਬੁੱਧ ਰਹੀ ਗਿਆਨ ਮੇ ਨ ਗਿਆਨ ਰਹਿਓ। ਐਸੀ ਅਵਸਥਾ ਸੈਦ ਖਾਨ ਦੀ ਹੋਈ ਔਰ ਮਨ ਦੇ ਵਿੱਚ ਇਸ ਨੇ ਫੁਰਨਾ ਬਣਾ ਲਿਆ ਸੀ ਕਿ ਗੁਰੂ ਸਾਹਿਬ ਆਪ ਆਉਣ। ਸ਼ਾਇਦ ਪਹਿਲਾਂ ਉਹਦਾ ਫੁਰਨਾ ਸੀ ਕਿ ਇਕੱਲੇ ਨਾਲ ਇਕੱਲੇ ਦੀ ਜੰਗ ਹੋਵੇ, ਪਰ ਫਿਰ ਇਹਦਾ ਫੁਰਨਾ ਬਣਿਆ ਵੀ ਜਦ ਭੈਣ ਨੇ ਸਮਝਾਇਆ ਵੀ ਜੇ ਮੈਂ ਜਾ ਕੇ ਮਿਲਦਾ ਹਾਂ, ਦਰਸ਼ਨਾਂ ਦੇ ਲਈ ਜਾਂਦਾ ਹਾਂ, ਤੇ ਮੇਰੀ ਫੌਜ ਮੇਰੀ ਬਾਗੀ ਹੋ ਜਾਵੇਗੀ, ਮੇਰੀ ਐਂਟੀ ਹੋ ਜਾਵੇਗੀ, ਔਰ ਫੌਜ ਨੇ ਜਿਹੜਾ ਹੈ ਫਿਰ ਮੇਰੇ ਤੇ ਜਿਹੜਾ ਹੈ ਤਰ ਕਰਨਾ ਹੈ, ਤੇ ਮੇਰੇ ਤੇ ਇਹਨਾਂ ਨੇ ਦੋਸ਼ ਲਾ ਦੇਣਾ ਵੀ ਇਹ ਜਾ ਕੇ ਸਿੱਖਾਂ ਦੇ ਜਰਨੈਲ ਨੂੰ, ਸਿੱਖਾਂ ਦੇ ਗੁਰੂ ਨੂੰ ਮਿਲਿਆ। ਇਸ ਕਰਕੇ ਗੁਰੂ ਆਪ ਹੀ ਆ ਕੇ ਲੜਨ ਵਾਸਤੇ ਆਉਣ, ਤੇ ਭਾਵੇਂ ਆਪਣੇ ਸ਼ਸਤਰ ਲੈ ਕੇ ਆਉਣ, ਪਰ ਫਿਰ ਮੈਂ ਅੱਗੋਂ ਉਹਨਾਂ ਨੂੰ ਮਿਲ ਪਾਵਾਂ, ਦਰਸ਼ਨ ਕਰ ਲਵਾਂ, ਤੇ ਮੇਰਾ ਸ਼ਾਇਦ ਜੀਵਨ ਸਫਲਾ ਹੋ ਜਾਵੇ। ਇਹ ਸੋਚ ਕਰਕੇ ਜਦੋਂ ਇਸ ਨੇ ਬੇਨਤੀਆਂ ਆਪਣੇ ਮਨ ਵਿੱਚ ਕੀਤੀਆਂ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਸਤਿਗੁਰਾਂ ਨੇ ਵੀ ਇਹਦੇ ਹਿਰਦੇ ਦੀ ਜਾਣ ਲਈ ਭੂਤ ਭਵਿੱਖਤ ਕੇ ਗੁਣ ਗਿਆਤੇ, ਬੀਤੇ ਅਤੇ ਆਉਣ ਵਾਲੇ ਸਮੇਂ ਦੇ ਜਾਣਕਾਰ ਸਤਿਗੁਰੂ ਕਰਮ ਸ਼ੁਭ ਅਸ਼ੁਭ ਤਿਸ ਤੇ ਜਾਤੇ ਤਿਸ ਕੇ ਹਾਤੇ ਤਿਸ ਤੇ ਜਾਤੇ, ਭਾਵ ਚੰਗੇ ਤੇ ਮਾੜੇ ਕਰਮਾਂ ਨੂੰ ਜਾਣਨ ਵਾਲੇ। ਕਿੰਨਾ ਕਰਮਾਂ ਕਰਕੇ ਸੈਦ ਖਾਨ ਕਿਸੇ ਵੇਲੇ ਗੁਰੂ ਕਾ ਸਿੱਖ ਸੀ ਤੇ ਮੁਸਲਮਾਨਾਂ ਦੇ ਜਾਮੇ ਵਿੱਚ ਚਲਿਆ ਗਿਆ,
ਤੇ ਅੱਜ ਗੁਰੂ ਸਾਹਿਬ ਨੇ ਇਹਦੇ ਹਿਰਦੇ ਦੀ ਬੁੱਝੀ ਆ ਤੇ ਜਿਵੇਂ ਇਸ ਨੇ ਸੋਚਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਵਾਕਾਂ ਅਨੁਸਾਰ ਇਸ ਨੇ ਬੇਨਤੀ ਕੀਤੀ ਤੇ ਪਾਤਸ਼ਾਹ ਜੀ ਆਪਣਾ ਘੋੜਾ ਠੇਲ ਕੇ ਘੋੜੇ ਤੇ ਸਵਾਰ ਹੋ ਕੇ ਅੱਡੀ ਲਾ ਕੇ ਜੰਗ ਦੇ ਮੈਦਾਨ ਦੇ ਵਿਚਾਲੇ ਆ ਗਏ, ਜਿੱਥੇ ਸੈਦ ਖਾਨ ਅਤੇ ਗੁਰੂ ਸਾਹਿਬ ਦੋਨੇ ਆਮੋ ਸਾਹਮਣੇ ਹੋਏ। ਔਰ ਸਤਿਗੁਰਾਂ ਨੇ ਜੰਗ ਦੇ ਮੁਤਾਬਕ ਉਸ ਨੂੰ ਲਲਕਾਰਿਆ ਵੀ ਆ ਇੱਧਰ, ਜੇ ਤੂੰ ਲੜਨਾ ਚਾਹੁੰਦਾ ਤੇ ਕੱਢ ਸ਼ਸਤਰ। ਸੈਦ ਖਾਨ ਇਹੀ ਚਾਹੁੰਦਾ ਸੀਗਾ ਕਿ ਗੁਰੂ ਸਾਹਿਬ ਮੈਨੂੰ ਇੱਦਾਂ ਕਹਿਣ ਤੇ ਮੈਂ ਜਾ ਕੇ ਉਹਨਾਂ ਦੇ ਚਰਨੀ ਪੈ ਜਾਵਾਂ। ਤਾਂ ਇੱਦਾਂ ਹੀ ਹੋਇਆ ਤੇ ਆ ਕੇ ਚਰਨੀ ਪੈ ਗਿਆ ਸਤਿਗੁਰਾਂ ਦੇ ਪਵਿੱਤਰ ਚਰਨ ਉੱਪਰ ਇਸ ਨੇ ਆਪਣਾ ਮੱਥਾ ਰੱਖਿਆ ਤੇ ਸਤਿਗੁਰ ਜੀ ਨੇ ਜੋ ਸ਼ਰਨ ਆਵੇ ਤੇ ਸਕੰਠ ਲਗਾਵੇ ਦੇ ਮਹਾਵਾਕ ਅਨੁਸਾਰ ਆਪਣਾ ਕਿਰਪਾ ਦਾ ਭਰਿਆ ਹੱਥ ਇਹਦੇ ਸਿਰ ਤੇ ਰੱਖਿਆ ਹੈ। ਔਰ ਇਸ ਦਾ ਅੰਦਰਲਾ ਬੁੱਧੀ ਦਾ ਵਾਤਾਵਰਨ ਹੀ ਬਦਲ ਗਿਆ, ਦਿਮਾਗ ਹੀ ਬਦਲ ਗਿਆ, ਬੁੱਧ ਬਦਲੀ, ਸਿੱਧ ਪਾਈ, ਮਤ ਬਦਲ ਗਈ ਤੇ ਗੁਰਮਤ ਗ੍ਰਹਿਣ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਗੁਰੂ ਪਿਆਰਿਓ, ਫਿਰ ਸਤਿਗੁਰੂ ਘੋੜੇ ਤੋਂ ਥੱਲੇ ਉਤਰੇ ਔਰ ਇਸ ਦੇ ਸਾਹਮਣੇ ਜਦ ਸਤਿਗੁਰਾਂ ਨੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਤੇ ਇਸ ਨੂੰ ਅਨੇਕਾਂ ਬਖਸ਼ਾਂ ਕਰ ਦਿੱਤੀਆਂ। ਤੇ ਉੱਥੋਂ ਹੀ ਸੈਦ ਖਾਨ ਜਿਹੜਾ ਹੈ ਸਤਿਗੁਰਾਂ ਨੂੰ ਮਿਲ ਕਰਕੇ ਜੰਗਲਾਂ ਨੂੰ ਚਲਿਆ ਗਿਆ ਕਹਿੰਦੇ। ਤੇ ਫਿਰ ਅੱਗੇ ਕੀ ਹੋਇਆ, ਪਿੱਛੇ ਖੜੀ ਫੌਜ ਦਾ ਕੀ ਬਣਿਆ, ਕੀ ਉਹਨਾਂ ਨੇ ਲੜਾਈ ਕੀਤੀ ਜਾਂ ਨਾ ਕੀਤੀ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਿਖਿਆਤ ਕੀ ਗੁਰ ਗਿਆਤੀ ਕਰਮ ਸੋਭ ਅਸੋਭ ਤਿਸ ਕੀ ਜਾਤੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਤਿੰਨਾਂ ਕਾਲਾਂ ਦੇ ਜਾਣਨ ਵਾਲੇ ਆ, ਬੀਤੇ ਹੋਏ ਸਮੇਂ ਬਾਰੇ ਵੀ ਜਾਣਦੇ ਆ, ਆਉਣ ਵਾਲੇ ਸਮੇਂ ਬਾਰੇ ਵੀ ਜਾਣਦੇ ਹਨ, ਸੈਦ ਖਾਨ ਦੇ ਬਾਰੇ ਸਭ ਜਾਣਦੇ ਹਨ। ਪ੍ਰਵਾਹ ਪ੍ਰੇਮ ਕੋ ਲਹਿਓ ਕਰੋ ਪੁੰਜ ਜਿਸ ਮਹਿ ਸਭ ਦਹਿਓ। ਤੇ ਜਦੋਂ ਇਸ ਦੇ ਅੰਦਰ ਪ੍ਰੇਮ ਦਾ ਪ੍ਰਵਾਹ ਚੱਲਿਆ, ਪ੍ਰੇਮ ਦੀ ਨਦੀ ਚੱਲੀ, ਤੇ ਜਦ ਨਦੀ ਚੱਲਦੀ ਹੈ ਨਾ ਗੁਰੂ ਪਿਆਰਿਓ, ਫਿਰ ਘਾਹ ਫੂਸ ਕਿਨਾਰਿਆਂ ਦੇ ਉੱਤੇ ਖੜੇ ਛੋਟੇ ਵੱਡੇ ਦਰਖਤਾਂ ਨੂੰ ਵੀ ਰੋੜ ਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅੰਦਰ ਪ੍ਰੇਮ ਦਾ ਪ੍ਰਵਾਹ ਚੱਲਦਾ ਫਿਰ ਸਾਡੇ ਵਿਕਾਰਾਂ ਦਾ ਖਾਤਮਾ ਹੋ ਜਾਂਦਾ। ਤਾਂ ਇਸ ਤਰ੍ਹਾਂ ਇਹਦੇ ਅੰਦਰੋਂ ਕਾਲਕ ਭਾਵ, ਵਿਸ਼ੇ ਵਿਕਾਰ, ਮਾੜੀ ਸੋਚ, ਈਰਖਾ, ਦੁਈ ਦਵੈਤ ਆਦਿ ਇਹ ਸਭ ਖਤਮ ਹੋ ਗਿਆ ਜੀ। ਦ੍ਰਿਸ਼ਟੀ ਤੇ ਧਰ ਸਿਰ ਹਾਠਾ ਤਤ ਸਿਰ ਸੇਵਕ ਦੀਨ ਸਨਾਥਾ। ਔਰ ਸਤਿਗੁਰਾਂ ਨੇ ਵੀ ਇਸ ਦੇ ਸੀਸ ਉੱਪਰ ਕਿਰਪਾ ਦਾ ਭਰਿਆ ਹੱਥ ਰੱਖਿਆ, ਕਿਰਪਾ ਦ੍ਰਿਸ਼ਟੀ ਕੀਤੀ ਔਰ ਇਸ ਨੂੰ ਆਪਣਾ ਸਿੱਖ ਬਣਾ ਲਿਆ, ਸੇਵਕ ਬਣਾ ਲਿਆ, ਸਨਾਥ ਭਾਵ ਗੁਰੂ ਵਾਲਾ ਬਣਿਆ ਹੈ ਜੀ। ਸਹਿਤ ਕੁਟੰਬ ਜਗਤ ਕੋ ਤਿਆਗਾ ਜਿਨੀ ਕੀ ਪਰ ਤਰ ਭਇਓ ਵਿਰਾਗਾ। ਔਰ ਇਸ ਵੇਲੇ ਹੁਣ ਇਹਦੇ ਅੰਦਰ ਨਾ ਪਰਿਵਾਰ ਦਾ ਮੋਹ ਰਿਹਾ, ਨਾ ਸੰਸਾਰ ਦਾ ਮੋਹ ਰਿਹਾ, ਤੇ ਨਾ ਹੀ ਹਿਰਦੇ ਵਿੱਚ ਕੋਈ ਹੋਰ ਵਿਚਾਰ ਰਿਹਾ। ਸਭ ਕੁਝ ਦਿਮਾਗ ਵਿੱਚੋਂ ਨਿਕਲ ਗਿਆ, ਕਿਉਂਕਿ ਖੁਦ ਨੂੰ ਪਛਾਣ ਆ ਗਈ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਆਪੇ ਦੀ ਪਛਾਣ ਵਾਸਤੇ ਹਰੇਕ ਮਨੁੱਖ ਨੂੰ ਹੁਕਮ ਹੈ ਕਿ ਤੂੰ ਆਪਣੇ ਆਪ ਨੂੰ ਖੋਜ, ਤੂੰ ਕੌਣ ਹੈ, ਕਿੱਥੋਂ ਆਇਆ, ਕੀ ਲੈਣ ਆਇਆ, ਜਿਸ ਕੰਮ ਆਇਆ ਉਹ ਕਿਵੇਂ ਹੋਵੇਗਾ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਇਹ ਦੁਨੀਆ ਸਿਰਫ ਇੱਕ ਮੇਲਾ ਹੈ, ਕਿਸੇ ਦੇ ਹੱਥ 'ਚ ਫੜਿਆ ਹੋਇਆ ਨਹੀਂ। ਤੇ ਉਹ ਖੋਜ ਮੇਰੇ ਪ੍ਰੀਤਮ ਨੇ ਇੱਕ ਛਿਨ ਵਿੱਚ ਹਰਨ ਭਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਇਸ ਨੂੰ ਕਰਵਾ ਦਿੱਤੀ ਆ। ਔਰ ਇਹਦੇ ਦਿਮਾਗ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਰਾਗ ਪੈਦਾ ਹੋਇਆ ਜੀ। ਤਰੰਗਮ ਸਭ ਦਰ ਸ਼ੂਰਾ ਹੋਈ ਫਕੀਰ ਗਮਨਿਓ ਬਨ ਪੂਰਾ। ਔਰ ਉੱਥੇ ਹੀ ਘੋੜਾ ਖੜਾ ਛੱਡ ਦਿੱਤਾ ਫੌਜ ਦੇ ਵਿੱਚ, ਸ਼ਾਸਤਰ ਵੀ ਉਹਦੇ ਉੱਤੇ ਹੀ ਰੱਖ ਦਿੱਤਾ ਸੀਗਾ, ਕਿਉਂਕਿ ਘੋੜੇ ਦੀ ਕਾਠੀ ਦੇ ਵਿੱਚ ਵੀ ਮਿਆਨ ਦੇ ਲਈ ਇੰਤਜ਼ਾਮ ਕੀਤਾ ਹੁੰਦਾ। ਉਹਦੇ ਵਿੱਚੋਂ ਤਲਵਾਰ ਕੱਢ ਕੇ ਨਹੀਂ ਲਿਆਇਆ, ਉਤਰ ਕੇ ਤੁਰ ਕੇ ਹੀ ਆ ਗਏ। ਇਸ ਤਰ੍ਹਾਂ ਸ਼ਸਤਰਾਂ ਸਮੇਤ ਘੋੜਾ ਉੱਥੇ ਹੀ ਤਿਆਗ ਦਿੱਤਾ ਹੈ। ਮਿਲਿਓ ਨਾ ਦਿਖਿਓ ਫੇਰ ਗਇਓ ਸੋ ਗਇਓ ਗੁਰਨ ਮੁਦਰ ਫੀਰ। ਔਰ ਉੱਥੋਂ ਸਤਿਗੁਰਾਂ ਦੇ ਦਰਸ਼ਨ ਕਰਕੇ ਬਖਸ਼ਿਸ਼ਾਂ ਲੈ ਕਰਕੇ
ਮੁੜ ਕੇ ਫੌਜ ਵੱਲ ਝਾਕਿਆ ਵੀ ਨਹੀਂ, ਫੌਜ ਵੱਲ ਦੇਖਿਆ ਵੀ ਨਹੀਂ, ਔਰ ਗੁਰੂਆਂ ਦੇ ਸੁੰਦਰ ਸਰੂਪ ਨੂੰ, ਸੁੰਦਰ ਬਖਸ਼ਿਸ਼ ਨੂੰ ਹਿਰਦੇ ਵਿੱਚ ਬਿਠਾ ਕਰਕੇ ਜੰਗਲਾਂ ਵੱਲ ਚਲਿਆ ਗਿਆ ਜੀ। ਅਸਾਰ ਕੂੜ ਸਰ ਜਾਨਾ, ਸਾਚ ਆਤਮਾ ਸਾਰ ਬਚਾਨਾ। ਔਰ ਇਸ ਨੇ ਆਪਣੇ ਆਪੇ ਦੀ ਪਛਾਣ ਕਰ ਲਈ ਆ, ਮੈਂ ਕੌਣ ਆ, ਮੇਰਾ ਕੰਮ ਕੀ ਹੈ। ਸੰਸਾਰ ਨੂੰ ਝੂਠਾ ਜਾਣ ਕੇ ਤਿਆਗ ਦਿੱਤਾ ਜੀ। ਦਾ ਮਿਟੀ ਗਿਆਨ ਕਹੁ ਪਾਇਓ, ਰਾਗ ਦੁਐਖ ਮਨ ਮੂਲ ਮਿਟਾਇਓ। ਜੋ ਹਿਰਦੇ ਦੇ ਵਿੱਚ ਰਾਗ ਤੇ ਦਵੈਖ, ਰਾਗ ਹੁੰਦਾ ਮੋਹ, ਦਵੈਖ ਹੁੰਦੀ ਹੈ ਈਰਖ। ਕਿਸੇ ਵੇਲੇ ਜਦੋਂ ਤੁਰਿਆ ਔਰੰਗਜ਼ੇਬ ਦੇ ਕੋਲੋਂ ਮਨ ਵਿੱਚ ਇਹ ਖਿਆਲ ਸੀਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਲਿਆਵਾਂਗਾ, ਮੈਨੂੰ ਫੌਜ ਦਿੱਤੀ ਜਾਵੇ। ਇਹਦੇ ਮਨ ਵਿੱਚ ਬੱਚਿਆਂ ਦਾ ਮੋਹ ਵੀ ਹੋਣਾ ਉਸ ਵੇਲੇ, ਪਰ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਮੋਹ ਵੀ ਉੱਡ ਗਿਆ ਤੇ ਈਰਖਾ ਵੀ ਉੱਡ ਗਈ ਜੀ। ਭੇਦ ਸਰਬ ਨਿਰਵਾਰੇ, ਜੀਰਿਓ ਏਕ ਬ੍ਰਹਮ ਵਿਸਤਾਰੀ। ਭੇਦ ਦਾ ਮਤਲਬ ਹੈ ਇੱਥੇ ਭਰਮ। ਜੋ ਮਨੁੱਖ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਭਰਮ ਹੁੰਦੇ ਆ, ਇਹ ਛੋਟਾ, ਇਹ ਵੱਡਾ, ਇਹ ਆਪਣਾ, ਇਹ ਬਗਾਨਾ ਹੈ, ਆਦਿ ਆਦਿ ਸਭ ਕੁਝ ਨਿਕਲ ਗਿਆ। ਭਾਂਡਾ ਸਾਫ਼ ਹੋ ਗਿਆ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਗੁਰੂ ਨੂੰ ਇਹ ਭਾਂਡਾ ਭਾ ਗਿਆ ਸੈਦ ਖਾਨ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਤੇ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਗੁਰੂ ਫਿਰ ਦੱਸੂਗਾ ਕੀ ਚੰਗਾ ਤੇ ਕੀ ਮਾੜਾ ਹੈ। ਪਰ ਇੱਥੇ ਤਾਂ ਦੱਸਣ ਦੀ ਵੀ ਲੋੜ ਨਹੀਂ ਪਈ। ਨੇਤਰਾਂ ਦੀਆਂ ਨੇਤਰਾਂ ਨਾਲ ਹੀ ਗੱਲਾਂ ਹੋਈਆਂ ਔਰ ਕਿਰਪਾ ਕੀਤੀ ਤੇ ਸੈਦ ਖਾਨ ਦੇ ਅੰਦਰੋਂ ਅਗਿਆਨਤਾ ਖਤਮ ਕਰ ਦਿੱਤੇ ਜੀ। ਹੋਸਟ ਸਿਮਰ ਵਿਖੈ ਕੋ ਰੁਕਾ, ਵਿਕਸਤ ਜਤਾ ਜਥਾ ਪ੍ਰਕਾਸ਼ ਬਿਲੋਕਾ। ਜਿਸ ਤਰ੍ਹਾਂ ਕੋਠੇ ਨੇ ਹਨੇਰੇ ਨੂੰ ਆਪ ਹੀ ਰੋਕ ਰੱਖਿਆ ਹੁੰਦਾ ਕੰਧਾਂ ਕੱਢ ਕੇ, ਤੇ ਜਦ ਕੋਠਾ ਢਹਿ ਜਾਵੇ ਤੇ ਹਨੇਰਾ ਵੀ ਉੱਡ ਜਾਂਦਾ ਹੈ। ਮਨੁੱਖ ਨੇ ਹੰਕਾਰ ਦੀਆਂ ਕੰਧਾਂ ਕਰਕੇ, ਕਾਮ ਕ੍ਰੋਧ ਦੀਆਂ ਕੰਧਾਂ ਕਰਕੇ, ਵਿਕਾਰਾਂ ਦੀਆਂ, ਭਰਮਾਂ ਭੁਲੇਖਿਆਂ ਦੀਆਂ ਕੰਧਾਂ ਕਰਕੇ ਆਪ ਹੀ ਅਗਿਆਨਤਾ ਪੈਦਾ ਕੀਤੀ ਹੈ। ਗੁਰੂ ਨੇ ਉਹ ਕੰਧਾਂ ਹੀ ਢਾਹ ਦਿੱਤੀਆਂ ਤੇ ਸੈਦ ਖਾਨ ਨੂੰ ਗਿਆਨ ਹੋ ਗਿਆ ਹੈ ਜੀ। ਹੰਤਾ ਮਹਿ ਬਿਰਤੀ ਨਾ ਆਈ, ਹਮ ਬ੍ਰਹਮਾ ਸਭ ਕੀ ਮਿਲੇ ਬਲਾਈ। ਔਰ ਜੋ ਸਰੀਰ ਦਾ ਹੰਕਾਰ ਸੀ ਕਿ ਮੈਂ ਸੈਦ ਖਾਨ, ਮੈਂ ਬੜਾ ਤਕੜਾ, ਮੈਂ ਜਵਾਨ ਆ, ਮੈਂ ਜਾਂਦਿਆਂ ਗੁਰੂ ਸਾਹਿਬ ਨੂੰ ਫੜ ਲਵਾਂਗਾ। ਇੰਨੇ ਕਿੰਨੇ ਕੁ ਤਕੜੇ ਹੋਣਗੇ। ਸਾਡੀ 1.25 ਲੱਖ ਫੌਜ ਦੇ ਸਾਹਮਣੇ ਤੇ ਗੁਰੂ ਲੈ ਕੇ ਆਇਆ 500 ਸਿੰਘ। ਕਹੋ ਸਤਨਾਮ ਸੀ। ਪਰ ਲੋੜ ਹੀ ਨਹੀਂ ਪਈ ਕਹਿੰਦੇ ਸੈਦ ਖਾਨ ਨੂੰ ਤੇ ਗੁਰੂ ਸਾਹਿਬ ਨੂੰ ਲੜਾਈ ਕਰਨ ਦੀ। ਜਿਹਨੂੰ ਦੇਹ ਦਾ ਬੜਾ ਹੰਕਾਰ ਸੀ ਉਹ ਵੀ ਖਤਮ ਹੋ ਗਿਆ। ਅਹੰਗ ਬ੍ਰਹਮੇ ਅੰਸਮੀ, ਮੈਂ ਤਾਂ ਪਰਮੇਸ਼ਰ ਦੀ ਅੰਸ਼ ਹਾਂ, ਇਹ ਸਾਰੇ ਮੇਰੇ ਹਨ। ਜਿਵੇਂ ਭਾਈ ਕਨ੍ਹਈਆ ਜੀ ਪਾਣੀ ਪਿਆਉਂਦੇ ਹਨ, ਐਸੀ ਅਵਸਥਾ ਸੈਦ ਖਾਨ ਦੀ ਬਣ ਗਈ ਜੀ। ਮੁਖ ਭਇਓ ਤਿਤ ਹੈ ਚਲ ਗਇਓ, ਪਰਮਹੰਸ ਅਵਸਥਾ ਤਇਓ। ਇਸ ਤਰ੍ਹਾਂ ਉਸ ਵੇਲੇ ਫਿਰ ਸੈਦ ਖਾਨ ਦਾ ਜਿੱਧਰ ਮੁਖ ਹੋਇਆ ਉਧਰ ਨੂੰ ਚੁਲ ਤੁਰ ਗਿਆ ਜੰਗਲਾਂ ਵੱਲ ਨੂੰ। ਔਰ ਗੁਰੂ ਪਿਆਰਿਓ, ਪਰਮਹੰਸ ਦੀ ਅਵਸਥਾ 1 ਮਿੰਟ ਵਿੱਚ ਗੁਰੂ ਨੇ ਦੇ ਦਿੱਤੀ, ਜਿਹੜੀ ਅਵਸਥਾ ਨੂੰ ਜੋਗੀ ਧੂਣੀਆਂ ਤਾਪਦੇ, ਜਲ ਧਾਰੇ ਕਰਦੇ, ਲੰਮਾ ਸਮਾਂ ਲਾਉਂਦੇ ਆ ਪਰ ਪ੍ਰਾਪਤ ਨਹੀਂ ਹੁੰਦੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਰਨ ਭਰਨ ਜਾ ਕਾ ਨੇਤਰ ਫੋੜ, ਤਿਸ ਕਾ ਮੰਤਰ ਨਾ ਜਾਣੇ ਹੋਰ। ਇਹ ਨੇਤਰਾਂ ਦੇ ਵਿੱਚੋਂ ਦੀ ਮਾਰਨ ਵਾਲਾ ਮੰਤਰ, ਨੇਤਰਾਂ ਦੇ ਵਿੱਚੋਂ ਦੀ ਚਲਾਉਣ ਵਾਲਾ ਮੰਤਰ ਜਿਹੜਾ ਹੈ ਉਹ ਗੁਰੂ ਹੀ ਜਾਣਦਾ ਹੈ। ਕਿਰਪਾ ਕਟਾਖਿਆ ਅਵਲੋਕਨ ਕੀਨੋ, ਜਦੋਂ ਉਸ ਕਿਰਪਾ ਦ੍ਰਿਸ਼ਟੀ ਭਰੀ ਦੇ ਨਾਲ ਦੇਖਦਾ ਹੈ ਤੇ ਅੰਦਰੋਂ ਵਿਕਾਰਾਂ ਨੂੰ ਮਾਰ ਦਿੰਦਾ ਹੈ। ਤੇ ਜੇ ਟੇਢੀ ਨਜ਼ਰ ਨਾਲ ਦੇਖੇ ਤੇ ਫਿਰ ਵੱਡੇ ਵੱਡੇ ਹੰਕਾਰੀਆਂ ਨੂੰ ਡਾਊਨ ਕਰ ਦਿੰਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਜੋ ਸ਼ਾਹਜਹਾਂ ਨੇ ਆਪਣੇ ਜੀਵਨ ਤੇ ਹੰਢਾ ਕੇ ਦੇਖਿਆ। ਤੋ ਇਸ ਕਰਕੇ ਗੁਰੂ ਪਿਆਰਿਓ, ਆ ਸਤਿਗੁਰ ਨੇ ਕਿਰਪਾ ਕੀਤੀ ਔਰ ਇਸ ਨੂੰ ਪਰਮਹੰਸ, ਹੰਸ ਹੁੰਦੇ ਹਨ ਜਿਨ੍ਹਾਂ ਦਾ ਖਾਣਾ ਕੇਵਲ ਤੇ ਕੇਵਲ ਮੋਤੀ ਹੈ। ਜੇ ਉਹਨਾਂ ਨੂੰ ਦੁੱਧ ਵੀ ਦਿਓ ਤੇ ਦੁੱਧ ਵਿੱਚ ਚੁੰਝ ਪਾਉਂਦੇ ਆ, ਦੁੱਧ ਫਟ ਜਾਂਦਾ ਹੈ, ਪਾਣੀ ਛੱਡ ਜਾਂਦੇ ਹੈ ਔਰ ਦਹੀਂ ਨੂੰ, ਫੁੱਟੀਆਂ ਨੂੰ ਖਾ ਜਾਂਦੇ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਪਰਮਹੰਸ ਹੁੰਦਾ ਹੈ ਉਸ ਤਰ੍ਹਾਂ ਦਾ ਮਨੁੱਖ ਜਿਹੜਾ ਸੱਚ ਤੇ ਝੂਠ ਦੀ ਪਛਾਣ ਕਰਕੇ ਸੱਚ ਨੂੰ ਗ੍ਰਹਿਣ ਕਰ ਲੈਂਦਾ। ਐਸਾ ਪਰਮਹੰਸ ਭਾਈ ਪਾਰੋ
ਤੀਜੇ ਪਾਤਸ਼ਾਹ ਦਾ ਵੀ ਇੱਕ ਸੇਵਕ ਸੀ। ਇੱਕ ਵਾਰ ਸੰਕਲਪ ਮਿਲਾਈ ਨਿਸ਼ਚਲ ਭਇਓ ਨ ਬਹੁ ਉਠਾਈ। ਗੁਰੂ ਦੀ ਕਿਰਪਾ ਸਦਕਾ ਇੱਕੋ ਵਾਰੀ ਜਿਹੜੇ ਸੰਕਲਪ ਫੁਰਨਿਆਂ ਦਾ ਅੰਦਰ ਢੇਰ ਲੱਗਿਆ ਸੀਗਾ ਉਹ ਇਉਂ ਖਤਮ ਹੋ ਗਿਆ ਜਿਵੇਂ ਲੱਖ ਮਣ ਮਰੀਆਂ ਕਰ ਇਕੱਠੇ ਲੱਖਾਂ ਮਣ ਲੱਕੜਾਂ ਦਾ ਢੇਰ ਲੱਗਿਆ ਹੋਵੇ। ਇੱਕ ਰੱਤੀ ਲੈ ਭਾਹੇ, ਇੱਕ ਰੱਤੀ ਅੱਗ ਦੀ ਇੱਕ ਡੱਬੀ ਦੀ ਸੀਖ ਲਾਓ, ਸੜਕੇ ਸਵਾਹ ਹੋ ਜਾਂਦੀਆਂ। ਐਸੀ ਗੁਰੂ ਦੀ ਕਿਰਪਾ ਦ੍ਰਿਸ਼ਟੀ ਨੇ ਅੱਜ ਕੰਮ ਕੀਤਾ ਹੈ ਕਿ ਸੈਦ ਖਾਨ ਦੇ ਅੰਦਰੋਂ ਸਾਰੇ ਫੁਰਨੇ ਜਨਮਾਂ ਜਨਮਾਂਤਰਾਂ ਜਦੋਂ ਪੈਦਾ ਕੀਤੇ ਹੋਏ ਸੀ ਖਤਮ ਕਰ ਦਿੱਤੇ ਜੀ। ਇਹ ਬਾਤ ਕਿਤੋਂ ਹੋਏ ਗਇਓ ਬ੍ਰਹਮ ਰੂਪ ਤਤ ਸਿਨਹੀ ਭਇਓ। ਔਰ ਦੇਹ ਦਾ ਪਤਨ ਹੋ ਗਿਆ। ਪਤਨ ਹੁੰਦਾ ਖਤਮ ਹੋ ਜਾਣਾ। ਪਤਨ ਹੁੰਦਾ ਹੈ ਕਿਸੇ ਰਾਜੇ ਦਾ ਖਤਮ ਹੋ ਜਾਣਾ। ਤਾਂ ਇੱਥੇ ਕਾਹਦਾ ਪਤਨ ਹੋਇਆ? ਦੇਹ ਦਾ। ਸੈਦ ਖਾਨ ਸਰੀਰ ਕਰਕੇ ਹੈ ਤਾਂ ਹੈਗਾ ਪਰ ਸਰੀਰ ਦਾ ਖਿਆਲ ਨਿਕਲ ਗਿਆ ਕਿ ਮੈਂ ਸੈਦ ਖਾਨ ਆ, ਉਹ ਖਤਮ ਹੀ ਹੋ ਗਿਆ। ਭਾਵ ਦੇਹ ਦਾ ਹੰਕਾਰ ਜਿਹੜਾ ਸੀ ਇਸ ਦੇ ਅੰਦਰੋਂ ਖਤਮ ਹੋ ਗਿਆ ਔਰ ਆਪਣੇ ਆਪ ਨੂੰ ਬ੍ਰਹਮ ਜਾਣਨ ਲੱਗਿਆ। ਤਤਸ਼ਿਨ ਤੁਰੰਤ ਹੀ ਆਪਣੇ ਆਪ ਨੂੰ ਪਰਮੇਸ਼ਰ ਦੀ ਅੰਸ਼ ਜਾਣ ਲਿਆ ਔਰ ਸਰੀਰ ਦਾ ਹੰਕਾਰ ਕਿ ਮੈਂ ਜਰਨੈਲ ਹਾਂ, ਮੇਰੇ ਨਾਲ ਇੰਨੀ ਫੌਜ ਆਈ ਆ, ਮੇਰਾ ਘੋੜਾ ਹੈ, ਮੈਂ ਗੁਰੂ ਸਾਹਿਬ ਨੂੰ ਲੜਨ ਆਇਆ, ਇਹ ਤਾਂ ਸਾਰੀਆਂ ਗੱਲਾਂ ਹੀ ਦਿਮਾਗ 'ਚੋਂ ਪਾਸਨ ਡਿਲੀਟ ਹੀ ਕਰਤੀਆਂ। ਬ੍ਰੇਨ ਵਾਸ਼ ਹੀ ਹੋ ਗਿਆ ਉਸ ਦਾ। ਐਸੀ ਕਿਰਪਾ ਦ੍ਰਿਸ਼ਟੀ ਪਾਈ, ਉਹਦਾ ਦਿਮਾਗ ਹੀ ਸਾਫ਼ ਹੋ ਗਿਆ। ਕੇਵਲ ਤੇ ਕੇਵਲ ਇੱਕੋ ਗੱਲ ਰਹਿ ਗਈ ਕਿ ਮੈਂ ਬ੍ਰਹਮ ਹਾਂ ਔਰ ਬ੍ਰਹਮ ਦੇ ਵਿੱਚ ਮਿਲਣ ਵਾਸਤੇ ਦੁਨੀਆ ਵਿੱਚ ਆਇਆ ਹਾਂ। ਇੱਦਾਂ ਸੋਚ ਕਰਕੇ ਸੈਦ ਖਾਨ ਜੰਗਲਾਂ ਨੂੰ ਚਲਿਆ ਗਿਆ ਜੀ। ਅਹੰਤਾ ਜਨਮ ਮਰਨ ਕੀ ਸੋ ਮਿਟ ਗਈ ਨਾ ਫੇਰ ਧਰਨ ਕੀ। ਔਰ ਜੋ ਬਾਰ-ਬਾਰ ਜਮਨਾ ਮਰਨਾ ਸਾਡਾ ਫੁਰਨਿਆਂ ਕਰਕੇ ਹੁੰਦਾ ਹੈ। ਅੰਤ ਕਾਲ ਜੇ ਲక్ష్ਮੀ ਸਿਮਰੇ ਹਾਏ ਮੈਂ ਤਾਂ ਮਰ ਗਿਆ, ਮੇਰੀ ਮਾਇਆ ਦਾ ਕੀ ਬਣੂਗਾ? ਕੋਠੇ ਭਰ ਕੇ ਰੱਖੀ ਹੈ ਜਿਹੜੀ। ਇਹਨਾਂ ਦਾ ਆਹੀ ਹਾਲ ਹੋਊ ਜਿਨ੍ਹਾਂ ਨੇ ਜੋੜ ਜੋੜ ਕੇ ਜਨਤਾ ਦੀ ਮਾਇਆ ਇਕੱਠੀ ਕਰ ਲਈ ਨਾ। ਜਨਤਾ ਭੁੱਖੀ ਮਰਦੀ ਹੈ, ਇਹ ਸਾਪੀ ਬਣਨਗੇ ਸਾਰੇ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ। ਅੰਤ ਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਬਲ ਬਲ ਉਤਰੇ। ਕਿਉਂਕਿ ਜਿਹੜੀ ਚੀਜ਼ ਦੇ ਨਾਲ ਪਿਆਰ ਹੈ ਉਹਦਾ ਫੁਰਨਾ ਬਣਨਾ ਲਾਜ਼ਮੀ ਹੈ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਜੇ ਘਰੇ ਬੈਠ ਕੇ ਗ੍ਰਸਤੀ ਜੀਵਨ ਹੈ ਸਾਡਾ, ਘਰੇ ਬੈਠ ਕੇ ਸਿਮਰਨ ਕਰਾਂਗੇ ਤਾਂ ਸਾਨੂੰ ਪਰਿਵਾਰ ਦਾ ਫੁਰਨਾ ਨਹੀਂ ਆਊਗਾ। ਜੇ ਘਰ ਛੱਡ ਕੇ ਸੋਚੀਏ ਵੀ ਜੰਗਲ ਵਿੱਚ ਜਾ ਕੇ ਸਿਮਰਨ ਕਰੀਏ, ਇੱਥੇ ਰੌਲਾ ਪੈਂਦਾ ਤੇ ਜੰਗਲ ਵਿੱਚ ਬੈਠ ਕੇ ਘਰ ਦਾ ਫੁਰਨਾ ਆਈ ਜਾਊਗਾ। ਜਿੰਨਾ ਦੂਰ ਭੱਜੋਗੇ ਓਨਾ ਹੀ ਉਹ 'ਚ ਖਚਤ ਹੁੰਦੇ ਜਾਓਗੇ, ਜਿੰਨਾ ਵਿੱਚ ਰਹਿ ਕੇ ਕਰੋਗੇ ਓਨੇ ਹੀ ਉੱਚੇ ਰਹਿ ਸਕਦੇ ਹੋ। ਕੋਈ ਸਤਨਾਮ ਸੀ। ਤੋ ਇਸ ਕਰਕੇ ਫੁਰਨੇ ਕਰਕੇ ਬੰਦਾ ਅਗਲੇ ਜਨਮ ਵਿੱਚ ਜਾਂਦਾ। ਅਰੀ ਬਾਈ ਗੋਬਿੰਦ ਨਾ ਮਤ ਵੀਸਰੇ ਅੰਤ ਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਜੇ ਮਰਦਾ ਹੋਇਆ ਸੋਚਦਾ ਹਾਏ ਮੈਂ ਤਾਂ ਮਰ ਗਿਆ, ਮੇਰੀ ਕੋਠੀ ਦਾ ਕੀ ਬਣੂਗਾ? ਤੇ ਪਾਤਸ਼ਾਹ ਕਹਿੰਦੇ ਕੋਠੀ 'ਚ ਹੀ ਰਹਿਣਾ ਹੈ ਤਾਂ ਫਿਰ ਤੂੰ ਭੂਤ ਪ੍ਰੇਤ ਬਣ ਕੇ ਤੁਰਿਆ, ਫਿਰ ਕੋਈ ਨਹੀਂ ਵੜੂਗਾ ਇਹਦੇ ਵਿੱਚ। ਕੋਈ ਸਤਨਾਮ ਸੀ। ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਸੂਕਰ ਜੋਨ ਬਲ ਬਲ ਉਤਰੇ, ਮੇਰੇ ਜਵਾਕਾਂ ਦਾ ਕੀ ਬਣੂਗਾ? ਕਿਉਂ ਜਿੱਥੇ ਮੋਹ ਹੈ ਉਹੀ ਫੁਰਨਾ ਵੱਧ ਆਊਗਾ। ਇਸ ਕਰਕੇ ਮਰਨ ਵੇਲੇ ਖਿਆਲ ਆਇਆ ਤੇ ਮਹਾਰਾਜ ਕਹਿੰਦੇ ਜੇ ਬੱਚੇ ਚੰਗੇ ਲੱਗਦੇ ਆ ਫਿਰ ਤੈਨੂੰ ਸੂਰ ਬਣਾ ਦਿੰਦੇ ਆ। ਉਹਦੇ 18-20 ਹੁੰਦੇ ਆ, ਸੂਰ ਦੀ ਜੂਨ ਵਿੱਚ ਚਲਿਆ ਜਾਂਦਾ ਉਹ ਜੀਵ। ਕਿਉਂਕਿ ਜੀਵ ਸਾਰਿਆਂ ਵਿੱਚ ਇੱਕੋ ਜਿਹਾ, ਚਾਹੇ ਕੀੜੀ ਹੈ ਚਾਹੇ ਹਾਥੀ ਆ। 84 ਲੱਖ ਅੰਦਰ ਜੂਨ ਹੈ ਜਿਹੜੀ ਆਤਮਾ ਜੀਵ ਹੈ ਜਿਹੜਾ, ਉਹ ਸਭ ਦਾ ਇੱਕੋ ਜਿਹਾ ਹੀ ਹੈ। ਬਾਹਰਲੇ ਕੁੜਤੇ ਇਹਨਾਂ ਦੇ ਡਿਜ਼ਾਈਨਾਂ ਦਾ ਫਰਕ ਹੈ। ਕਿਸੇ ਦੇ ਪੈਂਟ ਸ਼ਰਟ ਪਾਈ ਆ, ਕਿਸੇ ਦੇ ਲੰਮਾ ਚੋਲਾ ਪਾਇਆ, ਕਿਸੇ ਦੇ ਹੋਰ ਕੱਪੜੇ, ਪਰ ਵਿੱਚੋਂ ਸਾਰੇ ਆਪਾਂ ਬੰਦੇ ਆ। ਇਸੇ ਤਰ੍ਹਾਂ ਕਿਸੇ ਦੇ ਬੰਦਿਆਂ ਦਾ ਚੋਲਾ ਪਾਇਆ, ਕਿਸੇ ਦੇ ਸੂਰਾਂ ਦਾ ਪਾਇਆ, ਕਿਸੇ ਦੇ ਕੁੱਤਿਆਂ ਦਾ ਪਾਇਆ, ਵਿੱਚ ਸਾਰਿਆਂ ਦੀ ਇੱਕੋ ਹੀ ਆਤਮਾ ਹੈ। ਕੋਈ ਸਤਨਾਮ। ਇਹ ਕੁੜਤੇ ਆ। ਕਬੀਰ ਸਾਹਿਬ ਜੀ ਵੀ ਕਹਿੰਦੇ ਜਦੋਂ ਮੈਂ ਵੀ ਦੁਨੀਆ ਵਿੱਚ ਆਇਆ ਸੀ ਤਾਂ ਮੈਂ ਪਤਾ ਨਹੀਂ ਇਹੋ ਜਿਹੇ ਕਿੰਨੇ ਘਰ ਵਸਾਏ, ਕਿੰਨੇ ਸਰੀਰਾਂ ਵਿੱਚੋਂ ਲੰਘੇ। ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਹੈ। ਕਈ ਜੂਨਾਂ 'ਚੋਂ ਲੰਘਦਾ ਹੋਇਆ ਫਿਰ ਮੈਂ ਰਾਮ ਦੇ ਘਰੇ ਜੰਮਿਆ। ਭਾਵ ਗੁਰੂ ਵਾਲਾ ਬਣੇ। ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਏ। ਤੇ ਇੱਕ ਦਿਨ ਸਮਾਂ ਆਇਆ ਜਦੋਂ ਮੈਨੂੰ ਗੁਰੂ ਮਿਲਿਆ ਰਾਮਾਨੰਦ, ਤੇ ਮੇਰਾ ਜਨਮ ਹੋਇਆ ਰਾਮ ਦੇ ਘਰ ਵਿੱਚ। ਫਿਰ ਮੇਰੀ ਗੱਲ ਬਣੀ ਆ। ਕਬੀਰ ਸਾਹਿਬ ਜੀ ਦੱਸਦੇ ਨੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਉਹਦੇ ਵਿੱਚ ਜੰਮਣ ਮਰਨ ਦਾ ਕਾਰਨ ਸੀਗਾ, ਮੂਲ ਮੁੱਢ ਸੀਗਾ ਫੁਰਨਾ, ਹੰਕਾਰ, ਉਹ ਖਤਮ ਹੀ ਹੋ ਗਿਆ ਹੈ।
ਤੇ ਜੰਮਣ ਮਰਨ ਦਾ ਵੀ ਜਿਹੜਾ ਫੇਰ ਸੀ, ਚੱਕਰ ਸੀ, ਉਹ ਮਿਟ ਗਿਆ ਹੈ। ਦੋਦਰ ਅਵਲੋਕ ਤਮਾਸ਼ਾ ਵਿਸਮਾਨੇ ਗੁਰ ਕੇਦ ਬਿਲਾਸਾ। ਜਿਸ ਤਰ੍ਹਾਂ ਗੁਰੂ ਪਿਆਰਿਓ ਪਾਂਡਵਾਂ ਤੇ ਕੌਰਵਾਂ ਦੇ ਵਿਚਾਲੇ ਕ੍ਰਿਸ਼ਨ ਤੇ ਅਰਜਨ ਖੜੇ ਗਿਆਨ ਦੀਆਂ ਗੱਲਾਂ ਕਰ ਰਹੇ ਆ, ਐਸਾ ਹੀ ਸੀਨ ਅੱਜ ਮੁਗਲਾਂ ਦੀ ਫੌਜ ਨੇ, ਪਠਾਨਾਂ ਦੀ ਫੌਜ ਨੇ ਤੇ ਸਿੰਘਾਂ ਦੀ ਫੌਜ ਨੇ ਦੇਖਿਆ। ਕਹੋ ਸਤਨਾਮ। ਗੁਰੂ ਕੀਆਂ ਫੌਜਾਂ ਖੜ ਗਈਆਂ ਦੋਨੇ ਪਾਸਿਓ, ਸਿੰਘ ਵੀ ਰੁਕ ਗਏ, ਪਠਾਨ ਵੀ ਰੁਕ ਗਏ, ਤੇ ਵਿਚਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕ੍ਰਿਸ਼ਨ ਜੀ ਨੇ ਤਾਂ ਕਾਫੀ ਸਮਾਂ ਲਾਤਾ ਗੀਤਾ ਦਾ ਗਿਆਨ ਦਿੰਦੇ ਆ, ਤੇ ਪਾਤਸ਼ਾਹ ਤੇ ਕਮੈਂਟ ਲਾਇਆ। ਕਹੋ ਸਤਨਾਮ। ਹਰਨ ਭਰਨ ਜਾ ਕਾ ਨੇਤਰ ਫੋੜ, ਤਿਸਕਾ ਮੰਤਰ ਨਾ ਜਾਣੇ ਹੋਰ। ਐਸਾ ਗਿਆਨ ਕਰਾਇਆ ਕਿ ਗੁਰੂ ਪਿਆਰਿਓ ਸੈਦ ਖਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਰੂਪ ਹੋ ਗਿਆ, ਨਿਕਲ ਗਿਆ ਦੁਨੀਆ ਦੇ ਚੱਕਰ ਚੋਂ। ਇਹੋ ਦੋ ਦਲਾਂ ਨੇ ਖੜ ਕੇ ਇਹਨਾਂ ਦੋਹਾਂ ਜਰਨੈਲਾਂ ਦਾ ਤਮਾਸ਼ਾ ਦੇਖਿਆ। ਕੈਸੀ ਲੜਾਈ ਹੋਈ ਆ ਇਹ, ਕੈਸੀ ਲੜਾਈ ਹੋਈ ਆ। ਇਹ ਪ੍ਰੇਮ ਦੇ ਨਾਲ ਦੁਸ਼ਮਣ ਨੂੰ ਮਾਰਿਆ ਹੈ, ਤਲਵਾਰ ਨਾਲ ਨਹੀਂ ਮਾਰਿਆ, ਔਰ ਮਰਨ ਵੀ ਨਹੀਂ ਦਿੱਤਾ, ਰੱਬ ਬਣਾ ਦਿੱਤਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਗੁਰੂ ਦੇ ਕੌਤਕ ਨੂੰ ਦੇਖ ਕੇ ਸਾਰੇ ਹੈਰਾਨ ਹੋ ਰਹੇ ਹਨ। ਕਿਆ ਭਇਓ ਨਾ ਜਾਣਿਓ ਜਾਈ, ਸੈਦ ਖਾਨ ਕਿਤ ਗਇਓ ਪਲਾਈ। ਉਹ ਸਾਰੇ ਹੈਰਾਨ ਹੈ ਕਿ ਸੈਦ ਖਾਨ ਕਿੱਧਰ ਚਲਿਆ ਗਿਆ। ਕੀ ਕਹਿਤਾ ਗੁਰੂ ਸਾਹਿਬ ਨੇ ਉਹਨੂੰ ਇਹੋ ਜਿਹਾ, ਜਿਹੜਾ ਉਹ ਪਤਾ ਨਹੀਂ ਕਿੱਧਰ ਪਲਾਈ ਭੱਜ ਗਿਆ, ਭੱਜਿਆ ਨਹੀਂ ਹੈ, ਚਲਿਆ ਗਿਆ। ਡਰਦਾ ਨਹੀਂ ਹੈ ਉਹ ਕਿਸੇ ਤੋਂ ਕਿ ਭੱਜ ਕੇ ਜਾਵੇ, ਆਰਾਮ ਨਾਲ ਤੁਰ ਗਿਆ ਹੈ ਸੱਚ ਨੂੰ ਗ੍ਰਹਿਣ ਕਰਕੇ। ਸਾਰੇ ਹੈਰਾਨ ਹੈ ਕਿ ਸੈਦ ਖਾਨ ਕਿੱਧਰ ਚਲਿਆ ਗਿਆ। ਕਾਮਣ ਗੁਰ ਤੀਨ ਸਕੋਈ, ਵੱਡ ਸਰਦਾਰੀ ਤਜ ਕਰ ਸੋਈ। ਇਹ ਕੀ ਗੁਰੂ ਨੇ ਕੋਈ ਕਾਮਣ, ਇੱਥੇ ਕਾਮਣ ਦਾ ਅਰਥ ਹੈ ਟੂਣਾ। ਇਹ ਗੁਰੂ ਨੇ ਕੀ ਜਾਦੂ ਕਰਤਾ ਉਹਦੇ ਉੱਤੇ। ਗੁਰੂ ਦੇ ਬਚਨ ਹੀ ਐਸੇ ਹੈ, ਮਨ ਨੂੰ ਮੋਹ ਲੈਂਦੇ ਹੈ। ਤੇ ਗੁਰੂ ਪਿਆਰਿਓ ਪਠਾਨ ਸੋਚਦੇ ਹੈ ਇਹ ਗੁਰੂ ਨੇ ਸਾਡੇ ਜਰਨੈਲ ਤੇ ਕੀ ਕਰ ਦਿੱਤਾ। ਕਾਮਣ, ਟਾਮਣ ਵੀ ਕਹਿੰਦੇ ਆ, ਟਾਮਣ, ਟੂਣਾ, ਟਾਮਣ। ਇੱਥੇ ਕਾਮਣ ਸ਼ਬਦ ਵਰਤਿਆ ਤਾਂ ਪਤਾ ਨਹੀਂ ਸਤਿਗੁਰ ਨੇ ਕੀ ਉਹਦੇ ਉੱਤੇ ਟੂਣਾ ਟਾਮਣ ਕਰਤਾ ਕੋਈ, ਕਿਉਂਕਿ ਪਠਾਨਾਂ ਨੂੰ ਪਤਾ ਨਹੀਂ ਕੀ ਕੀਤਾ। ਇਹ ਤਾਂ ਗੁਰੂ ਜਾਣਦਾ, ਜਾਂ ਸੈਦ ਖਾਨ ਜਾਣਦਾ, ਜਾਂ ਸਿੰਘਾਂ ਨੂੰ ਪਤਾ ਵੀ ਗੁਰੂ ਨੇ ਕੀਤਾ ਕੀ ਆ। ਕੋਈ ਸਤਨਾਮ। ਇਸ ਕਰਕੇ ਐਡੀ ਵੱਡੀ ਸਰਦਾਰੀ, ਲੱਖ ਫੌਜ ਦਾ ਜਰਨੈਲ ਜਰਨੈਲੀ ਛੱਡ ਕੇ ਚਲਿਆ ਗਿਆ। ਧਨ ਧਾਮ ਪੁੱਤਰ ਅਰਦਾਰਾ, ਲੜਤ ਹੁਤੂ ਜਾਤਾ ਜ ਕਹਾਂ ਸਿਧਾਰਾ। ਇਹ ਜੰਗ ਦੇ ਮੈਦਾਨ ਵਿੱਚ ਲੜਦਾ ਹੋਇਆ ਆਪਣੇ ਪਰਿਵਾਰ ਦੇ ਵੱਲ ਵੀ ਨਹੀਂ ਗਿਆ, ਕਿਉਂਕਿ ਘੋੜਾ ਵੀ ਉੱਥੇ ਛੱਡ ਗਿਆ, ਜੰਗਲਾਂ ਨੂੰ ਤੁਰ ਗਿਆ। ਇਹਦਾ ਮਤਲਬ ਇਹਨੇ ਪਰਿਵਾਰ ਵੀ ਤਿਆਗ ਦਿੱਤਾ ਹੈ। ਸਗਲੀ ਸੈਨ ਚੜੀ ਜੇ ਪਾਛੀ, ਤਜ ਅਸਚਰਜ ਕਹਾਂ ਸੋ ਗਾਛੀ। ਐਸ਼ਵਰਜ, ਵੱਡਾ ਜਰਨੈਲ ਹੋਵੇ ਤੇ ਐਸ਼ਵਰਜ ਕਿੰਨਾ ਹੋਵੇਗਾ। ਜਿਹੜੇ ਵੱਡੇ ਜਰਨੈਲ ਆ ਉਹਨਾਂ ਦੇ ਵਾਸਤੇ ਫਿਰ ਰਿਹਾਇਸ਼ਾਂ, ਉਹਨਾਂ ਦੀਆਂ ਸਹੂਲਤਾਂ ਕਿੰਨੀਆਂ ਹੋਣਗੀਆਂ, ਗੱਡੀਆਂ ਕਿੰਨੀਆਂ ਹੋਣਗੀਆਂ। ਜਦ ਚੱਲਦੀ ਹੈ ਜਰਨੈਲ, ਅੱਗੇ ਪਿੱਛੇ ਕਿੰਨੀਆਂ ਗੱਡੀਆਂ ਚੱਲਦੀਆਂ ਹੋਣਗੀਆਂ ਫੌਜਾਂ ਦੀਆਂ। ਐਸ਼ਵਰਜ ਇਤਨਾ ਵੱਡਾ ਐਸ਼ੋ ਇਸ਼ਰਤ, ਇਤਨੀ ਆਨੰਦਮਈ ਉਹਦੀ ਡਿਊਟੀ। ਲੱਖ ਫੌਜ ਦਾ ਜਰਨੈਲ, ਕਮਾਲ ਹੋ ਗਈ ਹੈ। ਕਿੱਧਰ ਚਲਿਆ ਗਿਆ। ਮਹਿ ਜੀਤੇ ਉਮਰਾਉ, ਕਰਤ ਵਿਚਾਰਨ ਲਖਿਓ ਨ ਕਾਉ। ਤਾਂ ਹੁਣ ਜਿਹੜੇ ਦੂਜੇ ਛੋਟੇ ਜਰਨੈਲ ਸੀ ਉਹਦੇ ਅੰਡਰ ਟੁਕੜੀਆਂ ਬਣਾਈਆਂ ਸੀ ਜਿਹੜੀਆਂ, ਉਹ ਸਾਰੇ ਜਰਨੈਲ ਇਕੱਠੇ ਹੋ ਕੇ ਗੱਲਾਂ ਕਰਦੇ ਹਨ। ਸੁਣ ਦੌਰ ਆਪ ਮਹਿ ਮਿਲੇ, ਸੈਦ ਖਾਨ ਕੀ ਬਾਤਨ ਭਿਲੇ। ਜੰਗ ਤਾਂ ਭੁੱਲ ਹੀ ਗਏ, ਪਾਤਸ਼ਾਹ ਦੇ ਕਾਰਨ ਸਿੰਘਾਂ ਨੇ ਰੋਕਣਾ ਕੀਤਾ, ਤੇ ਉਧਰ ਪਠਾਨਾਂ ਨੇ, ਮੁਗਲਾਂ ਨੇ, ਇਹ ਸਾਰੇ ਲੋਕ ਗਏ ਆਪਸ ਵਿੱਚ ਸੈਦ ਖਾਨ ਦੀਆਂ ਗੱਲਾਂ ਕਰਦੇ ਹਨ। ਅੰਦਰ ਹੋਤ ਸਿੰਘ ਲੜ ਰਹੇ, ਚਮੂ ਮਿਸਾਲੀ ਕਿਮ ਜੈ ਰਹੀ। ਔਰ ਗੱਲਾਂ ਕਰ ਰਹੇ ਨੇ ਕਿ ਯੁੱਧ ਹੋ ਰਿਹਾ ਸੀਗਾ, ਸਿੰਘ ਲੜ ਰਹੇ ਸੀ, ਸਾਡੀ ਐਡੀ ਵੱਡੀ ਫੌਜ ਹੈ, ਅਸੀਂ ਜਿੱਤ ਪ੍ਰਾਪਤ ਕਰ ਲਵਾਂਗੇ। ਪਰ ਤੀਰ ਬਰ ਵੀਰਨ ਗੋਰੀ, ਛਾਤੀ ਮੂੰਡ ਅੰਗ ਦੇ ਫੋਰੀ। ਦੋਨੇ ਪਾਸਿਓਂ ਸ਼ਸਤਰ ਚੱਲ ਰਹੇ ਸੀ, ਜੰਗ ਹੋ ਰਿਹਾ ਸੀ, ਗੋਲੀਆਂ ਚੱਲ ਰਹੀਆਂ ਸੀ, ਸੂਰਮੇ ਸ਼ਹੀਦ ਹੋ ਰਹੇ ਸੀ। ਇੱਕ ਦਿਸ਼ ਰਾਜੇ ਕਰਹਿ ਲੜਾਈ, ਹੀਲਾ ਘਰ ਪਰੇ ਸਮੁਦਾਈ। ਇੱਕ ਪਾਸੇ ਰਾਜੇ ਜਿਹੜੇ ਉਹ ਲੜਾਈਆਂ ਕਰ ਰਹੇ ਸੀ, ਹਮਲਾ ਕਰਦੇ ਸੀ। ਇਸ
ਦੂਸਰ ਮਹਿ ਤੁਰਕ ਵਿਸਾਲੇ ਹਾਰ ਭੂਲ ਕਰ ਹੇਲ ਸੋ ਘਾਲੇ। ਇਸ ਤਰ੍ਹਾਂ ਦੂਜੇ ਪਾਸੇ ਗੁਰੂ ਪਿਆਰਿਓ ਤੁਰਕ ਜਿਹੜੇ ਹਨ ਉਹ ਵੀ ਹੱਲਾ ਕਰਕੇ ਗੁਰੂ ਕੀਆਂ ਫੌਜਾਂ ਨੂੰ ਹਰਾਉਣਾ ਚਾਹੁੰਦੇ ਸੀ। ਨਾ ਪੈਰ ਖਾਲਸੇ ਕੀ ਦੇ ਲਰਤ ਘਨੇ ਅਰ ਹਟਤ ਪਿਛੇਰੇ। ਇਸ ਤਰ੍ਹਾਂ ਗੁਰੂ ਕੀਆਂ ਫੌਜਾਂ ਤੇ ਇਹਨਾਂ ਨੇ ਜ਼ੋਰ ਪਾਇਆ ਹੈ, ਖਾਲਸੇ ਦੇ ਪੈਰ ਪਿਛਾਂਹ ਹਟਾ ਦਿੱਤੇ ਹਨ। ਤਾਜ ਜਵਾਲਾ ਮਣੀ ਰੇ ਪਸ਼ਰਾ ਸ਼ਮਣੀ ਜੈ ਚਾਹਤ ਤੁਰਕ ਨਾ ਗਨ ਦਮਣੀ। ਔਰ ਤੁਰਕਾਂ ਦਾ ਨਾਸ਼ ਕਰਨ ਲਈ ਗੁਰੂ ਕੀਆਂ ਫੌਜਾਂ ਬੰਦੂਕਾਂ ਦੀਆਂ ਛਲਕਾਂ ਛੱਡ ਰਹੀਆਂ ਹਨ ਤੇ ਬਹੁਤ ਸਾਰੇ ਤੁਰਕਾਂ ਦਾ ਖਾਤਮਾ ਵੀ ਕਰ ਰਹੇ ਹਨ। ਐ ਭੇੜ ਕਬ ਹੂੰ ਫਿਰ ਰਹਿ ਲਾਖੋ ਸ਼ਤਰਨ ਕੋ ਕਿਨ ਸਹਿ। ਔਰ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ ਹੈ ਪਰ ਗੁਰੂ ਕਾ ਖਾਲਸਾ ਜਿਹੜਾ ਹੈ ਉਹਨਾਂ ਦੇ ਨਾਲ ਭਿੜ ਰਿਹਾ ਹੈ। ਸੀਲੇ ਸਾਗਤ ਮਾਚੇ ਹਤੀ ਵਾਹਿਗੁਰੂ ਜੀ ਕੀ ਕਹਿ ਪਤੀ। ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਛੱਡਦੇ ਹੋਏ ਸਿੰਘ ਸੇਲੇ ਸਾਂਗ ਤਮਾਚੇ ਹੁੰਦੇ ਆ, ਪਿਸਤੌਲ ਛੋਟੇ ਵੱਡੀਆਂ ਬੰਦੂਕਾਂ ਆਦਿ ਲੈ ਕਰਕੇ ਜਕਾਰੇ ਛੱਡਦੇ ਹੋਏ ਮੁਗਲਾਂ ਦੇ ਉੱਤੇ ਹਮਲਾ ਕਰ ਰਹੇ ਹਨ। ਦੋਹਰਾ ਖਾਨ ਲਹਿ ਗਿਆਨ ਕੋ ਜਪ ਗਮਨਿਓ ਰਣ ਖਾਨ। ਅਗਲੀ ਸਾਖੀ ਵਿੱਚ ਭਾਈ ਸਾਹਿਬ ਜੀ ਲਿਖਦੇ ਹਨ, ਜਦੋਂ ਸੈਂਦ ਖਾਨ ਗੁਰੂ ਦੇ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਚਲਿਆ ਗਿਆ ਜੰਗਲ ਚੋਂ। ਸਨਮੁਖ ਸੀ ਸਤਿਗੁਰ ਕੀ ਭਇਓ ਖਾਨ ਰਮਜਾਨ। ਔਰ ਮੌਕੇ ਦਾ ਉਸ ਤੋਂ ਛੋਟਾ ਜਰਨੈਲ ਹੈ, ਉਹਨੇ ਮੌਕਾ ਸੰਭਾਲਿਆ। ਓਏ ਇਹਨੂੰ ਪਤਾ ਨਹੀਂ ਕੀ ਕਰਤਾ, ਇਹ ਤਾਂ ਚਲਿਆ ਗਿਆ, ਇੱਧਰ ਫੌਜ ਦਾ ਹੁਣ ਮੈਂ ਮੂਹਰੇ ਆ ਤਾਂ ਮੈਂ ਮੌਕਾ ਸੰਭਾਲਾਂ। ਰਮਜ਼ਾਨ ਖਾਨ ਸਾਹਮਣੇ ਆਇਆ ਪਈ ਵੀਰ ਤਰੰਗਮ ਤੀਰ ਚਲਾਵੇ ਕਰਤ ਸ਼ੀਘਰਤਾ ਆਪ ਬਚਾਵੇ। ਔਰ ਹੁਣ ਇਹ ਵਡਿਆਈ ਲੈਣੀ ਚਾਹੁੰਦਾ ਔਰੰਗਜ਼ੇਬ ਤੋਂ ਕਿ ਮੈਂ ਫਿਰ ਲੜਿਆ ਜੀ, ਤੁਹਾਡਾ ਸੈਦ ਖਾਨ ਤਾਂ ਭੱਜ ਗਿਆ। ਇਸ ਕਰਕੇ ਵਡਿਆਈ ਲੈਣ ਵਾਸਤੇ ਇਹ ਅੱਗੇ ਵਧਿਆ ਔਰ ਗੁਰੂ ਸਾਹਿਬ ਦੇ ਵੱਲ ਹਮਲੇ ਕਰਨ ਦੀ ਸਲਾਹ ਕਰਦਾ ਜੀ। ਗੁਰ ਕੇ ਸ਼ੂਕਤ ਜਾਤੀ ਨਿਫਾਲਣ ਭਇਓ ਕੋ ਲੱਗਿਓ ਨ ਗਾਤੀ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਉਸਨੇ ਗੁਰੂ ਸਾਹਿਬ ਦੇ ਵੱਲ ਤੀਰ ਚਲਾਉਣੇ ਸ਼ੁਰੂ ਕੀਤੇ, ਕਿਉਂਕਿ ਗੁਰੂ ਸਾਹਿਬ ਵਿਚਾਲੇ ਖੜੇ ਆ ਜੰਗ ਦੇ। ਸੈਦ ਖਾਨ ਚਲਿਆ ਗਿਆ ਹੈ ਔਰ ਗੁਰੂ ਸਾਹਿਬ ਵੀ ਸ਼ਸਤਰਾਂ ਨੂੰ ਹੱਥ ਵਿੱਚ ਲੈ ਕੇ ਖੜੇ ਆ। ਇਸ ਨੇ ਗੁਰੂ ਸਾਹਿਬ ਦੇ ਵੱਲ ਤੀਰ ਚਲਾਉਣੇ ਸ਼ੁਰੂ ਕੀਤੇ। ਗੁਰੂ ਸਾਹਿਬ ਨੇ ਆਪਣੇ ਘੋੜਾ ਹਿਲਾ ਕੇ ਇਸ ਤੋਂ ਬਚਣਾ ਕੀਤਾ ਹੈ। ਸ੍ਰੀ ਕਲਗੀਧਰ ਪਿਕ ਚਤੁਰਾਈ ਇਤੇ ਉਤ ਵਿਚਰਤ ਹੈ ਚਪਲਾਈ। ਸਤਿਗੁਰ ਜੀ ਇਹਦੀ ਤੇਜ਼ੀ ਨੂੰ ਦੇਖ ਕਰਕੇ ਆਪਣੇ ਘੋੜੇ ਨੂੰ ਇੱਧਰ ਉੱਧਰ ਹਿਲਾ ਕਰਕੇ ਇਹਦੇ ਤੀਰਾਂ ਤੋਂ ਬਚਣ ਲੱਗੇ। ਨਿਖੰਗ ਤੇ ਤੀਰ ਨਿਕਾਰਿਓ ਜੇ ਲਿਖੈ ਧਰ ਖਰ ਸੰਚਾਰਿ। ਔਰ ਪਾਤਸ਼ਾਹ ਜੀ ਨੇ ਸਮਾਂ ਪਾ ਕੇ ਆਪਣੇ ਪੱਥੇ ਚੋਂ ਇੱਕ ਤੀਰ ਕੱਢਿਆ ਹੈ ਔਰ ਕਮਾਨ ਤੇ ਚੜਾਇਆ ਹੈ। ਔਰ ਸਤਿਗੁਰਾਂ ਨੇ ਖਿੱਚ ਕੇ ਕੰਨਾਂ ਤੱਕ ਆਪਣੇ ਕਮਾਨ ਨੂੰ ਤੀਰ ਛੱਡ ਦਿੱਤਾ ਹੈ ਤੇ ਜਾਂਦਾ ਹੀ ਰਮਜ਼ਾਨ ਖਾਨ ਦੇ ਵਜਿਆ ਤੇ ਘੋੜੇ ਤੋਂ ਥੱਲੇ ਸਿੱਟ ਦਿੱਤਾ ਜੀ। ਦੇਖਤ ਤੁਰਕ ਤਰਾਸੇ ਇੱਕ ਸਾਲ ਤੇ ਰਮਜ਼ਾਨ ਬਿਨਾਸ਼ੀ। ਰਮਜ਼ਾਨ ਖਾਨ ਨੇ ਕਈ ਤੀਰ ਚਲਾਏ, ਗੁਰੂ ਸਾਹਿਬ ਨੇ ਆਪਣੇ ਆਪ ਨੂੰ ਬਚਾ ਲਿਆ ਤੇ ਗੁਰੂ ਦਾ ਇੱਕੋ ਤੀਰ, ਕਿਉਂਕਿ ਗੁਰੂ ਸਾਹਿਬ ਦੀ ਪ੍ਰੈਕਟਿਸ ਇੰਨੀ ਸੀ, ਬਾਕੀ ਖੁਦ ਪਰਮੇਸ਼ਰ ਸੀ। ਜਿੱਥੇ ਦਿਮਾਗ ਨਾਲ ਸੋਚ ਕੇ ਤੀਰ ਛੱਡਦੇ ਤੀਰ ਉੱਥੇ ਹੀ ਜਾਂਦਾ ਸੀ। ਕੋ ਸਤਰ ਉਹਨਾਂ ਦਾ ਤਾਂ ਘੋੜਾ ਵੀ ਉਹਨਾਂ ਦੇ ਫੁਰਨੇ ਨਾਲ ਚੱਲਦਾ ਸੀ, ਕੋਈ ਅੱਡੀ ਨਹੀਂ ਸੀ ਲਾਉਂਦੇ, ਮਾਰਦੇ ਨਹੀਂ ਸੀ ਉਸ ਨੂੰ। ਤੇ ਸਤਿਗੁਰਾਂ ਦੇ ਕਹਿੰਦੇ ਇੱਕੋ ਤੀਰ ਰਮਜ਼ਾਨ ਖਾਨ ਨੂੰ ਘੋੜੇ ਤੋਂ ਥੱਲੇ ਸਿੱਟ ਗਿਆ ਤੇ ਫੌਜਾਂ ਨੇ ਦੇਖਿਆ ਦੂਜਾ ਜਰਨੈਲ ਵੀ ਮਾਰਿਆ ਗਿਆ। ਜਦੋਂ ਹੀ ਰਮਜ਼ਾਨ ਖਾਨ ਘੋੜੇ ਤੋਂ ਡਿੱਗਿਆ ਤੇ ਮੁਗਲ ਫੌਜਾਂ ਨੇ, ਪਠਾਨਾਂ ਨੇ ਇੱਕ ਵਾਰੀ ਤਕੜਾ ਜਿਹਾ ਹਮਲਾ ਕਰਕੇ ਸਿੰਘਾਂ ਤੇ ਆਉਣਾ ਕੀਤਾ ਹੈ। ਔਰ ਗੁਰੂ ਦੀ ਕਿਰਪਾ ਤੋਂ ਬਗੈਰ ਇਹ 500 ਸਿੰਘ ਹੈ ਗਿਣਤੀ 'ਚ ਤੇ ਲੱਖਾਂ ਦੀ ਗਿਣਤੀ ਵਿੱਚ ਪਠਾਨ ਆਏ ਸੀ, ਕਿਵੇਂ ਲੜਨ। ਭਾਜਤ ਆਨੰਦਪੁਰ ਲਗਿਆਈ ਲੂਟਨ ਲਗਿਓ ਵਸਤ ਸਮੁਦਾਈ। ਇਸ ਤਰ੍ਹਾਂ ਇਹਨਾਂ ਨੇ ਹੱਲਾ ਕੀਤਾ, ਹਮਲਾ ਕੀਤਾ, ਸਿੰਘਾਂ ਦੇ ਪੈਰ ਪਿੱਛੇ ਹਟੇ। ਇਹ ਆਨੰਦਪੁਰ ਸਾਹਿਬ ਦੇ ਕਿਲੇ ਤੱਕ ਪਹੁੰਚ ਗਏ। ਮਾਤਾ ਧਨ ਜਹਾਂ ਲੂਟ ਲੀਨ ਕੁਛ ਪਹੁੰਚੇ ਤਾਂ। ਜਿੱਥੇ ਮਾਤਾ ਗੁਜਰੀ ਜੀ ਬੈਠੇ ਹਨ, ਕਹਿੰਦੇ ਇਹਨਾਂ ਨੇ ਕੁਝ
ਗੁਰੂ ਕਾ ਖਜ਼ਾਨਾ ਲੁੱਟਿਆ। ਮੁਗਲ ਪਠਾਨ ਲੂਟ ਤਉ ਕਰੈ ਤਉ ਗੁਰੂ ਕੇ ਉਰ ਬਹੁ ਡਰੈ। ਔਰ ਗੁਰੂ ਪਿਆਰਿਓ, ਇਹ ਪਠਾਨ ਸਮਾਂ ਸੰਭਾਲਦੇ ਲੁੱਟ ਤਾਂ ਕਰਦੇ ਆ, ਪਰ ਗੁਰੂ ਤੋਂ ਡਰਦੇ ਵੀ ਬਹੁਤ ਹੈ। ਨੀਲੇ ਵਸਤ ਖੁਸ਼ੀ ਹੋਏ ਜਾਹਰ ਨਹੀਂ ਜਨਾਇ ਤਰਾਸ ਕੋ ਬਾਹਰ। ਔਰ ਜੋ ਇਹਨਾਂ ਦੇ ਹੱਥ ਹੋਇਆ, ਇਹਨਾਂ ਨੇ ਖਜ਼ਾਨਾ ਲੁੱਟਣਾ ਕੀਤਾ ਹੈ। ਪੁਸ਼ਕ ਲੂਟ ਕਰ ਪੂਰਨ ਮੂਰੇ ਜੀਤ ਪਾਏ ਕਰ ਨਿਕਟ ਨਾ ਥਿਰੇ। ਜਿੰਨਾ ਕਿਸੇ ਦੇ ਹੱਥ ਆਇਆ ਲੁੱਟ ਕੇ ਭੱਜਣ ਦੀ ਕੀਤੀ, ਬਈ ਆਪਾਂ ਭੱਜ ਚੱਲੋ, ਆਪਣੇ ਹੱਥ ਬਹੁਤ ਸਮਾਨ ਆ ਗਿਆ। ਦੂਰ ਹੋਏ ਡੇਰਾ ਕਾਲਾ ਕੁਛ ਆਰਾਮ ਕਰ ਨਿਸ ਪਰ ਪਨ ਚਾਲਾ। ਇਸ ਤਰ੍ਹਾਂ ਇਹਨਾਂ ਨੇ ਫਿਰ ਅਨੰਦਪੁਰ ਸਾਹਿਬ ਤੋਂ ਪਛਾਂ ਹਟ ਕੇ ਡੇਰਾ ਲਾ ਲਿਆ ਔਰ ਰਾਤ ਪੈਣ ਲੱਗੀ ਹੈ। ਸ਼ੀਘਰਤਾ ਮੰਗ ਚੱਲ ਆਈ ਸਰਹੰਦ। ਪੁਰ ਸਿਰਹੰਦ ਠਹਿਰੇ ਦਿੜ ਥਾਈ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਸਰਹੰਦ ਵਾਲੇ ਪਾਸੇ ਨੂੰ ਚਲੇ ਗਏ। ਕਿਤ ਕੋ ਭਾਜਤ ਸਿੱਖ ਗਈ ਰਣ ਪਾਛੇ ਸਤਿਗੁਰ ਢਿਗ ਆਈ। ਔਰ ਸਿੰਘਾਂ ਨੇ ਵੀ ਇਹਨਾਂ ਦਾ ਹਮਲਾ ਕਰਦਿਆਂ ਹੋਇਆ, ਕਿਉਂਕਿ ਇਹ ਲੱਖਾਂ ਦੀ ਗਿਣਤੀ ਵਿੱਚ ਹੈ, ਸਿੰਘਾਂ ਨੂੰ ਇਹਨਾਂ ਨੇ ਖੰਡਿਆ ਦਿੱਤਾ। ਸਿੰਘ ਖਿੰਡ ਗਏ ਹਨ, ਖਿੰਡ ਕੇ ਹਮਲਾ ਕਰਦੇ ਆ ਇਹਨਾਂ ਦੇ ਉੱਤੇ। ਇਸ ਤਰ੍ਹਾਂ ਜਦੋਂ ਜੰਗ ਰੁਕਿਆ, ਹਨੇਰਾ ਹੋਣ ਲੱਗਿਆ, ਤੇ ਸਿੰਘ ਪਾਤਸ਼ਾਹ ਦੇ ਕੋਲ ਆ ਗਏ ਇਕੱਠੇ ਹੋ ਕੇ। ਪਛਤਾਮ ਕਰਤ ਮੁਰਝਾਈ ਹੱਥ ਜੋੜ ਕਰ ਬਾਤ ਸੁਣਾਈ। ਸਿੰਘ ਕਹਿਣ ਲੱਗੇ, ਮਹਾਰਾਜ ਜੀ, ਆਪਾਂ ਨੂੰ ਅੱਜ ਪਿੱਛੇ ਹਟਣਾ ਪਿਆ ਪਹਿਲੀ ਵਾਰ। ਪ੍ਰਥਮ ਜੀਤ ਕਰਵਾਈ ਪਾਤਸ਼ਾਹੋ ਪੁਨ ਦਏ ਹਰਾਈ। ਮਾਰੇ ਪਹਿਲਾਂ ਤੁਸੀਂ ਸਾਨੂੰ ਚਿਤਾ ਦਿੱਤਾ ਸੀਗਾ, ਇੱਕ ਸੈਦ ਖਾਨ ਉਹਨਾਂ ਦਾ ਚੱਲ ਗਿਆ, ਦੂਜਾ ਰਮਜ਼ਾਨ ਖਾਨ ਮਾਰਤਾ, ਫਿਰ ਤੁਸੀਂ ਸਾਨੂੰ ਕਿਉਂ ਹਰਾ ਦਿੱਤਾ? ਆਪੀ ਬਚਨ ਆਪ ਕੋ ਹੋਏ ਮਿਲਹਿ ਪਹੁੰਚ ਜਿਸ ਥਲ ਰਿਪ ਹੋਏ। ਕਿਰਪਾ ਕਰੋ ਮਹਾਰਾਜ, ਤੁਸੀਂ ਬਚਨ ਕਰੋ, ਕਿਉਂਕਿ ਤੁਹਾਡੇ ਬਚਨਾਂ ਵਿੱਚ ਹੀ ਪਾਵਰ ਹੈ। ਜੇ ਤੁਹਾਡਾ ਬਚਨ ਹੋ ਜਾਵੇ ਤੇ ਜਿੱਥੇ ਜਿੱਥੇ ਦੁਸ਼ਮਣ ਬੈਠੇ ਐ, ਪਲਟਾ ਲਹੇ ਲੂਟ ਜਿਨ ਕਰੀ ਮਾਰਹਿ ਡਰਹਿ ਪਾਏ ਫਲ ਅਰੀ। ਅਸੀਂ ਜਾਈਏ ਉਹਨਾਂ ਨੂੰ ਜਿਨ੍ਹਾਂ ਨੇ ਇੱਥੇ ਲੁੱਟ ਮਚਾਈ ਆ, ਮਗਰੋਂ ਖਾਲੀ ਅਨੰਦਪੁਰ ਸਾਹਿਬ ਦੇਖ ਕੇ ਮਾਤਾ ਗੁਜਰੀ ਜੀ ਉੱਥੇ ਸਨ, ਤਾਂ ਇਹਨਾਂ ਨੇ ਉੱਥੇ ਆ ਕੇ ਲੁੱਟ ਪਾਈ ਆ। ਜਿਨ੍ਹਾਂ ਨੇ ਲੁੱਟ ਪਚਾਈ ਆ, ਅਸੀਂ ਉਹਨਾਂ ਨੂੰ ਖਤਮ ਕਰੀਏ। ਸਕਲ ਖਾਲਸਾ ਜਬ ਚੱਲ ਆਇਓ ਸ੍ਰੀ ਮੁਖ ਤੇ ਕਹਿ ਬਾਤ ਸੁਨਾਇਓ। ਜਦੋਂ ਸਾਰੇ ਗੁਰੂ ਕੇ ਸਿੰਘ ਇਕੱਠੇ ਹੋ ਗਏ ਕਿਲੇ ਦੇ ਵਿੱਚ, ਪਾਤਸ਼ਾਹ ਕਹਿਣ ਲੱਗੇ, ਸੁਨੋ ਸੁਨੰਦ ਹਾਨਾ ਹਮ ਹੈ ਜਿਮ ਅਧੀਨ ਹਮਰੇ ਸਭ ਤੁਮ ਹੈ। ਬਾਦਸ਼ਾਹ ਜੀ ਕਹਿੰਦੇ, ਖਾਲਸਾ ਜੀ, ਅਸੀਂ ਵੀ ਕਿਸੇ ਦੇ ਅਧੀਨ ਹਾਂ। ਸੁਸ਼ੰਦ ਹੁੰਦਾ ਆਜ਼ਾਦ, ਮੈਂ ਆਜ਼ਾਦ ਨਹੀਂ ਹਾਂ। ਜਿਵੇਂ ਤੁਸੀਂ ਮੇਰੇ ਅਧੀਨ ਹੋ, ਮੈਂ ਵੀ ਕਿਸੇ ਅਧੀਨ ਹਾਂ। ਹਮ ਬਸ ਪਰ ਬ੍ਰਹਮ ਚਲਾਂਤੇ ਈਸ਼ਵਰ ਕੀ ਆਇਸ ਵਰਤੰਤੇ। ਇਹ ਪਰਮੇਸ਼ਰ ਦੀ ਹੀ ਆਗਿਆ ਚੱਲਦੀ ਆ, ਉਹਦਾ ਹੁਕਮ ਚੱਲਦਾ ਹੈ, ਮੈਂ ਵੀ ਉਹਦੇ ਅੰਡਰ ਹਾਂ। ਇਸ ਕੀ ਆਗਿਆ ਮਹਿ ਸਭ ਰਹੈ ਰਿਦੇ ਨਿਰੰਤਰ ਡਰ ਕੋ ਲਹੈ। ਸੰਸਾਰ ਉਹਦੇ ਹੁਕਮ ਅੰਦਰ ਹੈ ਤੇ ਮੈਂ ਵੀ ਉਹਦੇ ਹੁਕਮ ਅੰਦਰ ਹਾਂ। ਜਿਸ ਕੀ ਜਸ ਕਰੀ ਮਰਿਆਦਾ ਰਚਨਾ ਜਗ ਕੀਤੇ ਜੋ ਆਦਾ। ਕਹਿਣ ਲੱਗੇ, ਦੇਖੋ ਮਰਜ਼ਾਦਾ ਹੁੰਦਾ ਹੈ, ਮਰਜ਼ਾਦਾ ਵੀ ਚੱਲਣਾ, ਜਿਵੇਂ ਮਰਜ਼ਾਦਾ ਵੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਪਰਮੇਸ਼ਰ ਸ੍ਰਿਸ਼ਟੀ ਨੂੰ ਆਪਣੇ ਹੁਕਮ ਅੰਦਰ ਚਲਾਉਂਦਾ ਹੈ, ਜਿਵੇਂ ਉਸਨੇ ਮਰਜ਼ਾਦਾ ਬਣਾਈ ਆ ਜਗਤ ਦੇ। ਇਸਤੇ ਬਾਹਰ ਨਹਿ ਨਿਜ ਦੁਕੈ ਇਮ ਕਹਿ ਸਤਿਗੁਰ ਪਠਿਓ ਸਲੋਕੈ। ਉਸ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਜਿਵੇਂ ਆਸਾ ਦੀ ਵਾਰ ਦਾ ਬਚਨ ਹੈ, ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦਵਾਉ ਭੈ ਵਿੱਚ ਚੱਲੈ ਲਖ ਦਰਿਆਉ। ਉਹਦੇ ਹੁਕਮ ਦੇ ਅੰਦਰ ਹੀ ਦਰਿਆ ਵਗਦੇ ਹਨ, ਉਹਦੇ ਹੁਕਮ ਦੇ ਅੰਦਰ ਹੀ ਹਵਾ ਚੱਲਦੀ ਹੈ। ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ। ਭੈ, ਭੈ ਦਾ ਮਤਲਬ ਨਾ ਡਰ, ਤੇ ਡਰਦਾ ਕੌਣ ਹੈ? ਜਿਹੜਾ ਹੁਕਮ ਮੰਨਦਾ। ਤੇ ਹੁਕਮ ਕੌਣ ਮੰਨਦਾ? ਜਿਹਨੂੰ ਡਰ ਲੱਗਦਾ। ਜੇ ਦਫ਼ਤਰ ਤੋਂ ਕਿਸੇ ਨੂੰ ਡਰ ਹੀ ਨਾ ਹੋਵੇ ਤਾਂ ਫਿਰ ਸਾਰੇ ਹੀ ਸਿਸਟਮ ਵਿਗੜ ਜਾਂਦੇ ਹਨ। ਤੇ ਜਦੋਂ ਕੋਈ ਵੱਡੇ ਅਫਸਰ ਦਾ ਡਰ ਮੰਨਦਾ, ਉਦੋਂ ਦਫ਼ਤਰ ਸਹੀ ਚੱਲਦਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਵੀ ਇੱਕ ਡਰ ਹੈ। ਜਿੰਨਾ ਚਿਰ ਦੁਨੀਆ ਵਿੱਚ ਪਰਮੇਸ਼ਰ ਦਾ ਡਰ ਹੈ ਤੇ ਦੁਨੀਆ ਧਰਮ ਦੇ ਵਿੱਚ ਰਹਿੰਦੀ ਹੈ। ਜਦੋਂ ਦੁਨੀਆ ਪਰਮੇਸ਼ਰ ਦਾ ਡਰ ਚੱਕ ਦਿੰਦੀ ਹੈ, ਉਹਦੇ ਹੁਕਮ ਤੋਂ ਬਾਹਰ ਨਿਕਲ ਜਾਂਦੀ ਹੈ, ਫਿਰ ਧਰਮ ਜਿਹੜਾ ਉਥਲ ਪੁਥਲ ਹੋ ਜਾਂਦਾ ਹੈ। ਜਦੋਂ ਕੁਦਰਤ ਵਿੱਚ ਉਥਲ ਪੁਥਲ ਹੁੰਦੀ ਹੈ, ਫਿਰ ਕੁਦਰਤ ਆਪਣਾ ਬਦਲਾ ਲੈਂਦੀ ਆ। ਅਸੀਂ ਦੇਖ ਰਹੇ ਹਾਂ
ਕਿਸ ਤਰ੍ਹਾਂ ਜਦੋਂ ਹੜ੍ਹ ਆਉਂਦੇ ਆ, ਵੱਡੇ ਵੱਡੇ ਭੁਚਾਲ ਆਉਂਦੇ ਆ, ਧਰਤੀਆਂ ਹੱਲ ਜਾਂਦੀਆਂ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਡਿੱਗ ਜਾਂਦੀਆਂ ਹੜ੍ਹਾਂ ਦੇ ਨਾਲ। ਇਹ ਕੁਦਰਤ ਦੀ ਖੇਡ ਹੈ, ਪਰਮੇਸ਼ਰ ਦਾ ਹੁਕਮ ਹੈ। ਜਦੋਂ ਬੰਦਾ ਕੁਦਰਤ ਨਾਲ ਛੇੜਛਾੜ ਕਰਦਾ ਤੇ ਫਿਰ ਕੁਦਰਤ ਜਿਹੜੀ ਆ ਆਪਣਾ ਬਦਲਾ ਲੈਂਦੀ ਹੈ। ਇਸੇ ਤਰ੍ਹਾਂ ਹੀ ਇਹ ਸਾਰੀ ਸ੍ਰਿਸ਼ਟੀ ਉਹਦੇ ਡਰ ਅੰਦਰ ਚੱਲ ਰਹੀ ਹੈ, ਭੈ ਅੰਦਰ ਚੱਲ ਰਹੀ ਹੈ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਅੱਗ ਦੇ ਭਾਂਬੜ ਵੀ ਉਹਦੇ ਹੁਕਮ ਅੰਦਰ ਚੱਲਦੇ ਹਨ। ਜਦ ਗੁਰੂ ਅਰਜਨ ਦੇਵ ਜੀ ਕਹਿੰਦੇ ਤੱਤੀ ਤਵੀ ਤੇ ਬੈਠ ਗਏ ਨਾ, ਕੁਛ ਸਮਾਂ ਤਵੀ ਨੂੰ ਸੇਕ ਨਾ ਦਿੱਤਾ ਅੱਗ ਨੇ, ਕਿਉਂਕਿ ਅੱਗ ਪਰਮੇਸ਼ਰ ਦੇ ਹੁਕਮ ਵਿੱਚ ਹੈ ਤੇ ਪਰਮੇਸ਼ਰ ਸਰੂਪ ਆਪ ਪਰਮੇਸ਼ਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਭੱਟਾਂ ਨੇ ਸਵਈਆਂ ਵਿੱਚ ਮਹਿਮਾ ਕੀਤੀ ਆ। ਪਰਮੇਸ਼ਰ ਤਵੀ ਤੇ ਬੈਠੇ ਆ ਤੇ ਅੱਗ ਡਰ ਦੇ ਅੰਦਰ ਸੇਕ ਦੇਣਾ ਬੰਦ ਕਰ ਦਿੱਤਾ, ਕਹਿੰਦੇ ਅੱਗ ਨੇ। ਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਅਗਨ ਨੂੰ, ਬਈ ਤੂੰ ਆਪਦਾ ਕੰਮ ਕਰ, ਤੂੰ ਆਪਦਾ ਕੰਮ ਕਿਉਂ ਨਹੀਂ ਕਰਦੀ, ਕਿਉਂ ਸੇਕ ਦੇਣਾ ਛੱਡਤਾ, ਤੇਰਾ ਸੁਭਾਅ ਕਿਉਂ ਬਦਲ ਗਿਆ, ਤੂੰ ਆਪਣਾ ਸੁਭਾਅ ਜਾਰੀ ਰੱਖ, ਮੈਨੂੰ ਆਪਣਾ ਕੰਮ ਕਰਨ ਦੇ। ਕਹਿੰਦੇ ਫਿਰ ਅੱਗ ਨੇ ਸੇਕ ਦਿੱਤਾ। ਤੂੰ ਇਸ ਕਰਕੇ ਇਹ ਅੱਗ ਵੀ ਉਹਦੇ ਹੁਕਮ ਅੰਦਰ ਹੀ ਲਾਟਾਂ ਕੱਢਦੀ ਹੈ, ਛੋਲੇ ਛੱਡਦੀ ਹੈ। ਭੈ ਵਿੱਚ ਅਗਨ ਕੱਢੈ ਵੇਗਾਰ, ਚੰਗਿਆੜੇ ਲਾਟਾਂ ਲਾਂਬੂ ਇਹ ਵੀ ਉਹਦੇ ਹੁਕਮ ਅੰਦਰ ਹਨ। ਤੇ ਧਰਤੀ ਦੇ ਉੱਤੇ ਇੰਨਾ ਭਾਰ ਹੈ ਪਹਾੜਾਂ ਦਾ, ਦਰਿਆਵਾਂ ਦਾ, ਇਹ ਵੀ ਉਹਦੇ ਹੁਕਮ ਨਾਲ ਹੀ ਚੱਲ ਰਹੀ ਹੈ। ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਉਸ ਪਰਮੇਸ਼ਰ ਦੇ ਭੈ ਅੰਦਰ ਹੀ, ਸੁਆਮੀ ਦੇ ਡਰ ਅੰਦਰ ਹੀ ਪਾਤਸ਼ਾਹ ਜੀ ਕਹਿੰਦੇ ਇੰਦਰ ਦੇਵਤਾ ਖੜਾ ਹੈ, ਆਕਾਸ਼ ਉਹਦੇ ਹੁਕਮ ਦੇ ਅੰਦਰ ਖੜਾ ਹੈ, ਧਰਮ ਰਾਜ ਵੀ ਉਹਦੇ ਹੁਕਮ ਅੰਦਰ ਹੀ ਜੀਵਾਂ ਨੂੰ ਸਜ਼ਾ ਦਿੰਦਾ ਹੈ ਤੇ ਰੱਬ ਦੇ ਪਿਆਰਿਆਂ ਨੂੰ ਹੱਥ ਬੰਨ੍ਹ ਕੇ ਸਤਿਕਾਰ ਦਿੰਦਾ ਹੈ। ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੂੜੀ ਚਲਤ ਨ ਅੰਤ। ਉਹਦੇ ਭੈ ਦੇ ਅੰਦਰ ਹੀ ਜਿਹੜੇ ਹਨ ਸੂਰਜ ਸਮੇਂ ਦੇ ਨਾਲ ਚੱਕਰ ਦਿੰਦੇ ਆ, ਸਮੇਂ ਦੇ ਨਾਲ ਚੜ੍ਹਦਾ ਸੂਰਜ, ਚੰਦਰਮਾ ਲੇਟ ਨਹੀਂ ਹੁੰਦੇ। ਇਹ ਚੰਦਰਮਾ ਸੂਰਜ ਵੀ ਉਹਦੇ ਡਰ ਅੰਦਰ ਹਨ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਉਹ ਸੁਆਮੀ ਦੇ ਡਰ ਅੰਦਰ ਹੀ ਕਰਾਮਾਤਾਂ ਹੁੰਦੀਆਂ ਹਨ। ਬੰਦੀ ਅੰਦਰ ਕਰਾਮਾਤਾਂ ਵੀ ਤਾਂ ਆਉਂਦੀਆਂ ਉਹਦੇ ਡਰ ਦੇ ਅੰਦਰ ਚੱਲਦੀਆਂ। ਜਿਹੜਾ ਉਹਦੇ ਹੁਕਮ ਅੰਦਰ ਚੱਲਦਾ ਉਹਦੇ ਅੰਦਰ ਇਹਦੀਆਂ ਸਿੱਧੀਆਂ ਆ ਜਾਂਦੀਆਂ। ਇਸ ਤਰ੍ਹਾਂ ਦੇਵਤੇ ਦੈਂਤ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਉਹਦੇ ਹੁਕਮ ਦੇ ਅੰਦਰ ਹੀ ਆਕਾਸ਼ ਬਿਨਾਂ ਪਿੱਲਰਾਂ ਤੋਂ ਖੜਾ, ਬਿਨਾਂ ਕਿਸੇ ਸਹਾਰੇ ਦੇ, ਬਸ ਉਹਦੇ ਹੁਕਮ ਅੰਦਰ ਹੀ ਖੜਾ ਹੈ। ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਉਹਦੇ ਭੈ ਅੰਦਰ ਆਕਾਸ਼ ਤਣਿਆ ਹੋਇਆ, ਉਹਦੇ ਭੈ ਅੰਦਰ ਹੀ ਯੋਧੇ ਸੂਰਮੇ ਜੰਗਾਂ ਦੇ ਵਿੱਚ ਆਉਂਦੇ ਹਨ ਮਹਾਬਲੀ। ਭੈ ਵਿੱਚ ਹੀ ਆਵੈ ਜਾਵੈ ਪੂਰ। ਇਹ ਦੁਨੀਆ ਜੰਮ ਪੈਂਦੀ ਹੈ, ਮਰ ਜਾਂਦੀ ਹੈ, ਪੂਰ ਹੁੰਦਾ ਹੈ। ਜਿੰਨੀਆਂ ਸਵਾਰੀਆਂ ਇੱਕ ਵਾਰੀ ਬੇੜੀ 'ਚ ਬਹਿ ਗਈਆਂ ਉਹਨੂੰ ਪੂਰ ਕਹਿੰਦੇ ਆ। ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਫੇਰ ਨਾ ਬੈਠਣ ਮਿਲ ਕੇ ਜੁੜੀਆਂ। ਜਿਹੜੀਆਂ ਲੜਕੀਆਂ ਛੋਟੀਆਂ ਹੁੰਦੀਆਂ ਇੱਕ ਵਾਰੀ ਚਰਖੇ ਕੱਟ ਗਈਆਂ, ਇਕੱਠੀਆਂ ਹੋ ਕੇ ਸਹੇਲੀਆਂ ਬਣ ਗਈਆਂ। ਸਮਾਂ ਆਉਣ 'ਤੇ 20 25 30 ਸਾਲਾਂ ਤੋਂ ਬਾਅਦ ਉਹ ਦੁਬਾਰੇ ਇਕੱਠੀਆਂ ਨਹੀਂ ਹੁੰਦੀਆਂ, ਕਿਉਂਕਿ ਵਿਆਹ ਕੇ ਅਲੱਗ-ਅਲੱਗ ਚਲੀਆਂ ਜਾਂਦੀਆਂ। ਜਿਵੇਂ ਬੇੜੀ ਦਾ ਪੂਰ, ਬੇੜੀ ਚੜ੍ਹੇ ਹੋਏ ਸਵਾਰ ਜਿਹੜੇ ਅੱਜ ਚੜ੍ਹੇ ਹੈ ਉਹ ਦੁਬਾਰੇ ਬੇੜੀ 'ਚ ਇਕੱਠੇ ਨਹੀਂ ਹੁੰਦੇ। ਕੋ ਸਤਨਾਮ। ਇਸੇ ਤਰ੍ਹਾਂ ਹੀ ਇਹ ਸ੍ਰਿਸ਼ਟੀ ਜਿਹੜੀ ਹੈ ਪੂਰਾਂ ਦੇ ਪੂਰ ਦੁਨੀਆ ਜਨਮ ਲਈ ਜਾਂਦੀ ਹੈ, ਮਰੀ ਜਾਂਦੀ ਹੈ। ਇਹ ਵੀ ਸਾਰੇ ਉਹਦੇ ਹੁਕਮ ਅੰਦਰ ਹਨ। ਇਹ ਸ਼ਲੋਕ ਸਭ ਪਠਿਓ ਸੁਨਾਇਓ, ਤਉ ਪੰਥ ਕੋ ਮਨ ਮੁਰਝਾਇਓ। ਸਗਲਿਆਂ ਭਉ ਲਿਖਿਆ ਸਿਰ ਲੇਖ, ਸਾਰੀ ਸ੍ਰਿਸ਼ਟੀ ਡਰ ਅੰਦਰ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਇੱਕ ਪਰਮੇਸ਼ਰ ਹੈ ਜਿਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ, ਉਹਦਾ ਹੁਕਮ ਸਾਰਿਆਂ ਉੱਪਰ ਚੱਲਦਾ ਹੈ। ਜਦੋਂ ਇਹ ਸ਼ਲੋਕ ਸਤਿਗੁਰਾਂ ਨੇ ਉਚਾਰਨ ਕਰਕੇ ਸੰਗਤਾਂ ਨੂੰ ਸੁਣਾਉਣਾ ਕੀਤਾ, ਆਪਣੇ ਸਿੰਘਾਂ ਨੂੰ ਸੁਣਾਉਣਾ ਕੀਤਾ, ਸਿੰਘਾਂ ਨੇ ਪਛਤਾਤਾਪ ਕੀਤਾ ਨਾ ਕਿ ਮਹਾਰਾਜ ਤੁਸੀਂ ਅੱਜ ਕਿਉਂ ਨਹੀਂ ਸਾਡਾ ਜਿਹੜਾ ਹੈ ਰਕਸ਼ਾ ਕੀਤੀ, ਤੁਸੀਂ 2-4 ਤੀਰ ਹੋਰ ਛੱਡਦੇ, ਇਹ ਰਮਜ਼ਾਨ ਵਰਗੇ 5-7 ਜਰਨੈਲ ਹੋਰ ਮਾਰੇ ਜਾਂਦੇ, ਆ ਭੱਜ ਜਾਂਦੇ। ਤੁਸੀਂ ਅੱਜ ਸਾਨੂੰ ਹਰਾ ਦਿੱਤਾ, ਭਾਵ ਅਸੀਂ ਹਾਰ ਗਏ ਹਾਂ, ਕਿਰਪਾ ਕਰੋ, ਬਖਸ਼ਿਸ਼ ਕਰੋ, ਅਸੀਂ ਦੁਬਾਰੇ ਜਾਈਏ। ਪਾਤਸ਼ਾਹ ਕਹਿੰਦੇ ਜੈ ਲਈ ਗਨ ਤੁਰਕ ਸਿਧਾਰੇ, ਗੁਰੂ ਅਲੰਬ ਸਿੰਘ ਗਨ ਹਾਰੇ। ਔਰ ਤੁਰਕ ਜਿਹੜੇ ਹਨ ਉਹ ਜਿੱਤ ਗਏ ਹਨ। ਅੱਜ ਸਾਨੂੰ ਉਹਨਾਂ ਨੇ ਪਿੱਛੇ ਹਟਾ ਦਿੱਤਾ ਹੈ।
ਸਾਨੂੰ ਵਾਪਸ ਆਉਣਾ ਪਿਆ ਕਿਲੇ ਦੇ ਵਿੱਚ, ਤੇ ਉਹ ਆਪਣੇ ਆਪ ਨੂੰ ਜਿੱਤਿਆ ਸਮਝਦੇ ਹਨ। ਲੱਖ ਗੁਰ ਸੋ ਬਹੁਰ ਬਖਾਨੇ, ਮੁਗਲ ਪਠਾਨ ਦਿੱਲੀ ਲਗਾਨੇ। ਤਾਂ ਇਸ ਤਰ੍ਹਾਂ ਫਿਰ ਸਤਿਗੁਰਾਂ ਕੋਲੋਂ ਆਗਿਆ ਲੈ ਕਰਕੇ ਸਿੰਘਾਂ ਨੇ ਕਿਲੇ ਚੋਂ ਬਾਹਰ ਨਿਕਲਣਾ ਕੀਤਾ। ਜਿੱਥੇ ਜਿੱਥੇ ਵੀ ਉਹਨਾਂ ਨੂੰ ਪਠਾਨ ਮੁਗਲ ਮਿਲੇ, ਉਹਨਾਂ ਨੂੰ ਮਾਰਨ ਲੱਗੇ। ਸੁਨ ਸ੍ਰੀ ਮੁਖ ਤੇ ਹਰਖਤ ਭਈ, ਏਕ ਜਾਮਨੀ ਮਹਿ ਥਿਤ ਲਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਤੁਹਾਨੂੰ ਸਮਾਂ ਦੇਵਾਂਗੇ, ਇੱਕ ਰਾਤ ਹੋਰ ਆਰਾਮ ਕਰ ਲਓ। ਭਈ ਪਰਾਤ ਬਜਵਾਏ ਨਗਾਰਾ, ਚੜਿਓ ਬਹੁਰ ਸਿੰਘਨ ਦਲ ਸਾਰਾ। ਕੋਈ ਨਹੀਂ, ਹੁਣ ਆਰਾਮ ਕਰੋ, ਤੜਕੇ ਦੁਬਾਰੇ ਚੱਲਾਂਗੇ ਆਪਾਂ। ਦਿਨ ਚੜੇ, ਹੁਣ ਰਾਤ ਪੈ ਗਈ ਹੈ, ਤੜਕੇ ਦਿਨ ਚੜਿਆ, ਨਗਾਰੇ ਤੇ ਚੋਟ ਲਾਈ ਆ। ਵਰਤ ਸ਼ੀਗਲਤਾ ਮਿਲੇ ਸੋਧਾਈ, ਜਾਹੇ ਰਿਪਨ ਦਲ ਮਗ ਚੱਲ ਜਾਈ। ਜਿਹੜਾ ਦੁਸ਼ਮਣਾ ਦਲ ਆਪਣੇ ਆਪ ਨੂੰ ਜਿੱਤਿਆ ਸਮਝ ਕੇ ਦਿੱਲੀ ਵੱਲ ਜਾ ਰਿਹਾ ਸੀ, ਉਹਨਾਂ ਤੇ ਜਾ ਹਮਲਾ ਕੀਤਾ। ਅਰੇ ਧਾੜ ਵੀ ਸਮ ਹੋਏ ਤਬੈ, ਮਿਲਿਓ ਸ਼ਤਰਨ ਮਾਰਨ ਕੀ ਸਬੈ। ਧਾੜਵੀ ਦਾ ਮਤਲਬ ਹੈ ਅਚਾਨਚੱਕ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜੰਗਲਾਂ ਵਿੱਚੋਂ ਦੁਨੀਆ ਲੰਘਦੀ ਸੀ ਤੇ ਜੰਗਲਾਂ ਵਿੱਚ ਲੁਟੇਰੇ ਰਹਿੰਦੇ ਸਨ, ਉਹ ਅਚਾਨਚੱਕ ਆ ਕੇ ਬੰਦੇ ਨੂੰ ਘੇਰਾ ਪਾ ਲੈਂਦੇ ਸੀ। ਇਸੇ ਤਰ੍ਹਾਂ ਮੁਗਲਾਂ ਨੇ ਪਠਾਣੇ ਸੋਚਿਆ ਕਿ ਅਸੀਂ ਜਿੱਤ ਗਏ ਹਾਂ, ਚਲੋ ਜਾ ਕੇ ਦਿੱਲੀ ਜਾ ਕੇ ਖਬਰ ਦੇਵਾਂਗੇ ਔਰੰਗੇ ਨੂੰ ਕਿ ਅਸੀਂ ਜੰਗ ਜਿੱਤ ਕੇ ਆਏ ਹਾਂ, ਇੰਨੀਆਂ ਫੌਜਾਂ ਦਾ ਘਾਣ ਕਰਕੇ ਆਏ ਹਾਂ। ਪਰ ਅਚਾਨਚੱਕ ਹੀ ਹੈਰਾਨ ਹੋ ਗਏ ਜਦੋਂ ਸਿੰਘਾਂ ਨੇ ਜਾ ਕੇ ਉਹਨਾਂ ਦੇ ਮਗਰੋਂ ਹਮਲਾ ਕਰ ਦਿੱਤਾ। ਮੁੰਡ ਮੁੰਡ ਕਰ ਦੀਨ ਕਨੇਰੇ, ਪਲਟਾ ਲੀਨ ਕੀਨ ਜਿਨ ਨੇਰੇ। ਇਸ ਤਰ੍ਹਾਂ ਜਿਨ੍ਹਾਂ ਨੇ ਆ ਕੇ ਅਨੰਦਪੁਰ ਸਾਹਿਬ 'ਚ ਲੁੱਟ ਮਚਾਈ ਸੀ, ਸਿੰਘਾਂ ਨੇ ਉਹਨਾਂ ਨੂੰ ਰੁੰਡ ਮੁੰਡ ਕਰ ਦਿੱਤਾ, ਭਾਵ ਧੜਾਂ ਤੋਂ ਸਿਰ ਲਾ ਦਿੱਤੇ, ਟੋਟੇ ਕਰ ਕਰਕੇ ਵੜ ਵੜ ਕੇ ਸਿੱਟ ਦਿੱਤੇ। ਲੂਟ ਕੀਨ ਕਰ ਲੂਟ ਕੂਟ ਕਰ ਲੀਨ ਬਹੀਰ, ਰੋਰਾ ਪਰਿਓ ਚਲੇ ਭਏ ਧੀਰ। ਔਰ ਜਦੋਂ ਰੌਲਾ ਪੈ ਗਿਆ, ਸਿੰਘ ਆ ਗਏ, ਸਿੰਘ ਆ ਗਏ। ਹਰੀ ਸਿੰਘ ਨਲੂਏ ਦਾ ਵੀ ਇੰਨਾ ਦਬਦਬਾ ਬਣਿਆ ਸੀ ਇੱਧਰ ਅਫਗਾਨਿਸਤਾਨ ਦੇ ਇਲਾਕੇ 'ਚ, ਜਿੱਥੇ ਤਾਲਿਬਾਨਾਂ ਦਾ ਹੁਣ ਜ਼ੋਰ ਪਿਆ ਵਾ, ਕਿ ਉਸ ਵੇਲੇ ਗੁਰੂ ਪਿਆਰਿਓ ਜਿਹੜੀਆਂ ਪਠਾਨਾਂ ਦੀਆਂ ਬੇਗਮਾਂ ਹੁੰਦੀਆਂ ਸਨ, ਉਹ ਬੱਚਿਆਂ ਨੂੰ ਚੁੱਪ ਕਰਾਉਣ ਵਾਸਤੇ, ਬੱਚਿਆਂ ਨੂੰ ਸਮਾਉਣ ਵਾਸਤੇ ਡਰ ਦਿੰਦੀਆਂ ਸਨ, ਸੌਂ ਜਾ ਨਹੀਂ ਤਾਂ ਨਲੂਆ ਆ ਜਾਊਗਾ, ਕੋਈ ਸਤਨਾਮ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਵੇਖਿਆ ਨਾ ਗੁਰੂ ਆਪਣੇ ਦਿੱਲੀ ਦੀਆਂ ਫੌਜਾਂ ਨੇ ਵੀ ਮਗਰੋਂ ਆ ਕੇ ਅਚਾਨਚੱਕ ਕੇ ਹਮਲਾ ਕਿਹਨੇ ਕਰਤਾ, ਕਹਿੰਦੇ ਸਿੰਘਾਂ ਨੇ ਕਰਤਾ, ਸਿੰਘ ਆ ਗਏ, ਸਿੰਘ ਆ ਗਏ। ਇਹ ਰੌਲਾ ਸੁਣ ਕੇ ਪਠਾਨਾਂ ਨੇ ਭੱਜਣਾ ਕੀਤਾ ਹੈ। ਕਿਸਮਤ ਭਏ ਨਾ ਜਾਣੇ ਜਾਈ, ਕਿਤ ਤੇ ਮਿਲੇ ਵੀਰ ਸਮਦਾਈ। ਹੈਰਾਨ ਹੋ ਗਏ ਬਈ ਇਹ ਯੋਧੇ ਕਿੱਧਰੋਂ ਆ ਗਏ, ਕਿੱਧਰੋਂ ਆ ਕੇ ਸਿੱਖਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ। ਅਸੀਂ ਤਾਂ ਸੋਚਿਆ ਸੀ ਅਸੀਂ ਜੰਗ ਜਿੱਤ ਗਏ ਆ। ਆਪ ਕੇ ਪੰਥ ਪਧਾਰੀ, ਮਿਲੇ ਤੁਰਕ ਸੋ ਸਿੰਘਨ ਮਾਰੇ। ਔਰ ਹੁਣ ਕੋਈ ਜਰਨੈਲ ਨਹੀਂ ਸੀ, ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਸੀ, ਸਾਰੇ ਡਰਦੇ ਹੋਏ ਭੱਜਣ ਲੱਗੇ, ਜਿੱਧਰ ਮੂੰਹ ਸੀ ਉਧਰ ਨੂੰ ਭੱਜਣ ਲੱਗੇ। ਤੇ ਸਿੰਘਾਂ ਨੇ ਫਿਰ ਕੱਲੇ ਕੱਲੇ ਨੂੰ ਫੜ ਕੇ ਮਾਰਨਾ ਸ਼ੁਰੂ ਕੀਤਾ। ਮਹਾਤਰਾਸ ਜੀਤਿਓ ਮਗ ਜਾਤੀ, ਔਚਕ ਪਰੇ ਬ੍ਰਿੰਦ ਦੇ ਭਗਾਤੀ। ਔਰ ਔਚਕ ਹੁੰਦਾ ਅਚਾਨਚੱਕ। ਜਦੋਂ ਸਿੰਘਾਂ ਨੇ ਜਾ ਕੇ ਹਮਲਾ ਕੀਤਾ, ਦੁਸ਼ਮਣ ਨੂੰ ਮਾਰਿਆ, ਡਰ ਗਿਆ ਦੁਸ਼ਮਣ ਔਰ ਭੱਜਦਾ ਹੈ ਬਚਣ ਲਈ। ਨਹੀਂ ਸੰਭਾਲ ਪਰਸ ਪਰ ਹੋਈ, ਦੇਖ ਦੇਖ ਭਾਜੇ ਸਭ ਕੋਈ। ਸਿੰਘਾਂ ਦਾ ਭਿਆਨਕ ਰੂਪ ਦੇਖ ਕੇ ਦੁਸ਼ਮਣ ਜਿਹੜਾ ਭੱਜਣ ਲੱਗਿਆ, ਡਰਦਾ ਹੋਇਆ, ਕਿਉਂਕਿ ਇੱਕ ਤਾਂ ਕੋਈ ਜਰਨੈਲ ਹੁੰਦਾ ਜਿਵੇਂ ਲੱਖਾਂ ਦੀ ਫੌਜ ਇਕੱਠੀ ਕੀਤੀ ਹੋਈ ਸੀ, ਪਰ ਹੁਣ ਸਾਰੇ ਖਿੰਡ ਪੁਣ ਚੁੱਕੇ ਆ। ਤੇ ਸਿੰਘਾਂ ਦਾ ਇਸ ਤਰ੍ਹਾਂ ਹਮਲਾ ਦੇਖ ਕਰਕੇ ਸਾਰੇ ਡਰ ਕੇ ਭੱਜਣ ਲੱਗੇ। ਲੱਖੋਂ ਲਸ਼ਕਰ ਵਿੱਚ ਲਿਓ ਭਾਜਾ, ਪਿੱਛੇ ਰਹਿਓ ਸੋ ਲੁੱਟਿਓ ਸਮਾਜਾ। ਤਾਂ ਜਿਹੜਾ ਇਹਨਾਂ ਦੇ ਕੋਲ ਸਮਾਜ ਸੀ, ਲੁੱਟ ਕੇ ਲਗਾਏ ਸੀ ਗੁਰੂ ਘਰ ਦੇ ਵਿੱਚੋਂ ਜਾਂ ਨਗਰ ਅਨੰਦਪੁਰ ਸਾਹਿਬ ਚੋਂ, ਇਹਨਾਂ ਦੇ ਕੋਲੋਂ ਸਾਰਾ ਖੋਲਿਆ। ਇਹਨਾਂ ਨੂੰ ਜਾਨ ਬਚਾਉਣ ਦੀ ਪੈ ਗਈ, ਬਸ ਜਾਨ ਬਚ ਜਾਵੇ। ਜਾਨ ਬਚੀ ਤੋਂ ਲਾਖੋਂ ਪਾਏ, ਭੱਜ ਕੇ ਆਪਣੀ ਜਾਨ ਬਚਾਉਂਦੇ ਆ। ਲੁੱਟਿਆ ਹੋਇਆ ਸਮਾਨ ਇਹਨਾਂ ਤੋਂ ਡਿੱਗ ਪਿਆ ਤੇ ਸਿੰਘਾਂ ਨੇ ਸੰਭਾਲ ਲਿਆ। ਤੇ ਲੀਨ ਅਰ ਲੂਟ ਕੰਧੇਰੀ, ਪਲਟਾ ਲੀਨ ਹਟੇ ਤੇ ਸੰਦੇਰੀ। ਇਉਂ ਸਿੰਘਾਂ ਨੇ ਇਹਨਾਂ ਨੂੰ ਦੁਬਾਰਾ ਲੁੱਟਿਆ, ਬਦਲਾ ਲਿਆ, ਤੇ ਜਿਹੜਾ ਸਮਾਨ ਅਨੰਦਪੁਰ ਸਾਹਿਬ ਚੋਂ ਲੁੱਟਿਆ ਸੀ ਉਹ ਵੀ ਖੋਹ ਲਿਆ। ਪੰਥ ਬਚਾਏ ਅਨੰਦਪੁਰ ਆਏ, ਸ੍ਰੀ ਗੁਰੂ ਜੀ ਕੀ ਫਤਿਹ ਬੁਲਾਏ। ਇਉਂ ਪੰਥ ਖਾਲਸਾ ਜਿਹੜਾ ਹੈ
ਗੁਰੂ ਕੇ ਜਕਾਰੇ ਛੱਡਦਾ ਹੋਇਆ ਜਿੱਤ ਲੈ ਕੇ ਵਾਪਸ ਆਇਆ ਹੈ। ਉਦਤ ਹੋਏ ਦਰਸ਼ਨ ਸਭ ਕਰਿਓ ਸਤਿਗੁਰੂ ਹਨਤ ਪ੍ਰਸੰਨ ਉਚਰਿਓ। ਔਰ ਹੁਣ ਸਾਰਾ ਖਾਲਸਾ ਖੁਸ਼ ਹੈ ਕਿ ਅਸੀਂ ਬਦਲਾ ਲੈ ਲਿਆ ਹੈ। ਹੁਣ ਦੁਸ਼ਮਣ ਜਾ ਕੇ ਔਰੰਗੇ ਨੂੰ ਇਹ ਨਹੀਂ ਕਹੂਗਾ ਕਿ ਅਸੀਂ ਸਿੰਘਾਂ ਨੂੰ ਹਰਾ ਆਏ ਹਾਂ, ਉਹਨਾਂ ਲੁੱਟ ਲਿਆਏ ਹਾਂ, ਕਿਉਂਕਿ ਦੁਬਾਰਾ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਢੰਗ ਦੇ ਨਾਲ ਉਹਨਾਂ ਨੂੰ ਰਾਤ ਨੂੰ ਛੱਡ ਵੀ ਦਿੱਤਾ, ਪਰ ਤੜਕੇ ਦਿਨ ਚੜ੍ਹਦੇ ਫਿਰ ਹਮਲਾ ਕਰਵਾ ਕੇ ਤੇ ਉਹਨਾਂ ਨੂੰ ਵਾਪਸ ਲੁੱਟ ਲਿਆ। ਸਿੰਘਾਂ ਦਾ ਚਿੱਤ ਵੀ ਰਹਿ ਗਿਆ, ਮਨ ਵੀ ਰਹਿ ਗਿਆ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ, ਦੁਸ਼ਮਣ ਨੂੰ ਚਣੇ ਚਵਾਏ ਲੋਹੇ ਦੇ। ਸ੍ਰੀ ਮੁਖ ਤੇ ਮੁਸਕਾਏ ਬਖਾਨਾ ਸਿੰਘਨ ਕਾਜ ਹਤਨ ਤੁਰਕਾਨਾ। ਸਤਿਗੁਰੂ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ, ਮੈਂ ਸਿੰਘਾਂ ਨੂੰ ਸਾਜਿਆ ਹੀ ਤੁਰਕਾਂ ਦਾ ਖਾਤਮਾ ਕਰਨ ਵਾਸਤੇ ਹੈ। ਪੰਥ ਖਾਲਸਾ ਜਿਉ ਅਧਿਕ ਹੈ ਤਿਉ ਤਿਉ ਤੁਰਕ ਨਾਸ਼ ਕੋ ਪੈ ਹੈ। ਸਿੰਘੋ ਜਿਵੇਂ ਜਿਵੇਂ ਸਾਡਾ ਪੰਥ ਵੱਧਦਾ ਜਾਵੇਗਾ ਤੁਰਕ ਦਾ ਖਾਤਮਾ ਹੁੰਦਾ ਜਾਵੇਗਾ। ਇਹ ਬੈਰ ਕੋ ਬਦਲਾ ਐਸੀ ਰਹਿ ਨਗਾਰ ਬੰਦ ਨਹਿ ਜੈਸੀ। ਜਿਵੇਂ ਤੁਸੀਂ ਅੱਜ ਬਦਲਾ ਲਿਆ ਪਠਾਨਾਂ ਤੋਂ ਮੁਗਲਾਂ ਤੋਂ, ਆਉਣ ਵਾਲੇ ਸਮੇਂ ਵਿੱਚ ਵੀ ਖਾਲਸਾ ਐਦਾਂ ਹੀ ਬਦਲਾ ਲਵੇਗਾ ਕਿ ਇਹਨਾਂ ਦਾ ਕੋਈ ਨਗਾਰ ਬੰਦ ਮਤਲਬ ਨਗਾਰਾ ਵਜਾਉਣ ਵਾਲਾ ਵੀ ਨਹੀਂ ਬਚੇਗਾ। ਹੋਏ ਪ੍ਰਸੰਨ ਸਿੰਘਨ ਬਰ ਦੀਨੋ ਰਾਜ ਤੇਜ ਹੋਏ ਪ੍ਰਾਪਤ ਤੀਨੋ। ਇਉਂ ਗੁਰੂ ਸਾਹਿਬ ਨੇ ਸਿੰਘਾਂ ਦੇ ਰਾਜ ਤੇਜ ਪ੍ਰਤਾਪ ਦੇ ਬਖਸ਼ਿਸ਼ਾਂ ਕੀਤੀਆਂ, ਵਰ ਦਿੱਤੇ ਹਨ। ਇਸ ਪ੍ਰਸੰਗ ਗੁਰ ਢਿਗ ਏਮ ਭਇਓ ਕਿਤਕ ਲੁਟਾਏ ਲੂਟ ਪੁਨ ਲਇਓ। ਇਹ ਪ੍ਰਸੰਗ ਗੁਰੂ ਕੇ ਕੋਲ ਹੋਇਆ, ਪਹਿਲਾਂ ਲੁਟਾਇਆ ਤੇ ਫਿਰ ਉਹਨਾਂ ਨੂੰ ਲੁੱਟਿਆ। ਉਤਗਤ ਤੁਰਕਾਨੇ ਕੀ ਸੁਣੀਐ ਭਾਜੇ ਹੋਏ ਬਿਹਾਲ ਭਟ ਸਹਨੀਐ। ਉਧਰ ਸੁਣੀਏ ਕਿ ਉਹਨਾਂ ਦੀ ਕੀ ਹਾਲਤ ਹੈ, ਬੇਹਾਲ ਹੋ ਗਏ ਜਦੋਂ ਸਿੰਘਾਂ ਨੇ ਦੁਬਾਰਾ ਹਮਲਾ ਕੀਤਾ, ਔਰ ਭੱਜਦੇ ਹੋਏ ਬੇਹਾਲ ਹੋ ਕੇ ਬਹੁਤ ਸਾਰੇ ਭੱਟ ਭਾਵ ਸਿਪਾਹੀ ਪਠਾਨ ਮੁਗਲ ਮਾਰੇ ਗਏ ਤੇ ਜਿਹੜੇ ਬਚੇ ਰਾਹੁਲ ਰੰਗੇ ਨਿਗਟ ਬੁਕਾਰੇ ਗੁਰ ਕੇ ਦਲ ਸਿੰਘਨ ਹਮ ਮਾਰੇ। ਨਹੀਂ ਤਾਂ ਇਹਨਾਂ ਨੇ ਜਾ ਕਹਿਣਾ ਸੀ, ਵੇਖੋ ਜੀ ਅਸੀਂ ਗਏ ਸੀਗੇ, ਤੁਹਾਡਾ ਸੈਦ ਖਾਨ ਤਾਂ ਭੱਜ ਗਿਆ ਪਰ ਅਸੀਂ ਸਿੰਘਾਂ ਨੂੰ ਲੁੱਟ ਲਿਆਏ। ਪਰ ਜਦੋਂ ਲੁੱਟਿਆ ਹੋਇਆ ਮਾਲ ਦੁਬਾਰੇ ਸਿੰਘਾਂ ਨੇ ਖੋਲਿਆ, ਫਿਰ ਜਾ ਕੇ ਨਰੰਗੇ ਦੇ ਕੋਲ ਪੁਕਾਰਾਂ ਕਰਦੇ ਆਏ ਕਿ ਗੁਰੂ ਕੇ ਦਲ ਨੇ, ਗੁਰੂ ਕੇ ਸਿੰਘਾਂ ਨੇ ਸਾਨੂੰ ਮਾਰ ਦਿੱਤਾ ਹੈ, ਅਸੀਂ ਹਾਰ ਗਏ ਹਾਂ। ਉਮਰਾਵ ਗਇਓ ਬਨ ਵੀਰ ਦੇਖਤ ਗੁਰ ਕੋ ਭਇਓ ਫਕੀਰ। ਜਿਹੜਾ ਤੁਸੀਂ ਸੈਦ ਖਾਨ ਜਰਨੈਲ ਭੇਜਿਆ ਸੀਗਾ ਉਹ ਤਾਂ ਗੁਰੂ ਨੂੰ ਵੇਖਦਿਆਂ ਹੀ ਸਾਧ ਬਣ ਗਿਆ ਹੈ, ਸ਼ਸਤਰ ਛੱਡ ਕੇ ਭੱਜ ਗਿਆ ਹੈ। ਜਾਣਿਓ ਗਿਓ ਨਾ ਕਿਤ ਕੋ ਗਇਓ ਸਭ ਲਸ਼ਕਰ ਮਹਿ ਅਚਰਜ ਭਇਓ। ਸਾਨੂੰ ਹੈਰਾਨ ਹੋ ਗਏ ਅਸੀਂ ਕਿ ਗੁਰੂ ਨੇ ਕੀ ਕਰਤਾ ਸੈਦ ਖਾਨ ਨੂੰ, ਉਹ ਜੰਗਲਾਂ ਨੂੰ ਹੀ ਚਲਿਆ ਗਿਆ ਪਤਾ ਨਹੀਂ ਕਿੱਧਰ। ਤੂੰ ਬਹਾਦਰ ਜੋ ਰਮਜਾਨ ਮਾਰ ਦੀਨ ਤਜ ਕੈ ਇੱਕ ਬਾਣ। ਤੇ ਦੂਜਾ ਜਰਨੈਲ ਜਿਹੜਾ ਸੀ ਉਸ ਦੇ ਥੱਲੇ ਵੱਡਾ ਜਰਨੈਲ ਰਮਜ਼ਾਨ ਖਾਨ, ਉਹ ਵੀ ਇੱਕ ਤੀਰ ਦੇ ਨਾਲ ਗੁਰੂ ਨੇ ਮਾਰ ਦਿੱਤਾ ਹੈ। ਚਮੂ ਕੁਛ ਗੁਰ ਕੈ ਸੰਗ ਹਤੀ ਹਜ਼ਾਰੋਂ ਕਰ ਕਰ ਜੰਗ। ਔਰ ਗੁਰੂ ਕੋਲੇ ਬਹੁਤ ਥੋੜੀ ਫੌਜ ਸੀ, ਅਸੀਂ ਜੰਗ ਕਰਕੇ ਉਹਨਾਂ ਨੂੰ ਲੁੱਟਿਆ। ਆਵਤ ਲੂਟ ਲੀਨ ਧਨ ਸਾਰਾ ਮਗ ਮਹਿ ਲਸ਼ਕਰ ਮਿਲ ਕਰ ਗਾ ਮਾਰਾ। ਅਸੀਂ ਮੁੜੇ ਆਉਂਦੇ ਸੀ, ਦੁਬਾਰੇ ਫੇਰ ਦਿਨ ਚੜੇ, ਇਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ। ਸੰਤ ਸੁਨ ਰੰਗਾ ਬਹੁ ਪਛਤਾਇਓ ਪਾਤਸ਼ਾਹਿਤ ਮੈਂ ਦੌਰ ਮਚਾਇਓ। ਹੁਣ ਔਰੰਗਜ਼ੇਬ ਪਛਤਾਉਣ ਲੱਗਿਆ ਵੀ ਮੇਰੇ ਰਾਜ ਦੇ ਵਿੱਚ ਇਹ ਸਿੱਖਾਂ ਨੇ ਕੈਸਾ ਰੌਲਾ ਮਚਾ ਦਿੱਤਾ ਹੈ। ਇਹਦੇ ਬਾਰੇ ਹੁਣ ਔਰੰਗਾ ਅੱਗੇ ਕੀ ਵਿਉਂਤ ਬਣਾਉਂਦਾ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਹਾਂ, ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੇ ਪਾਰ ਬ੍ਰਹਮ ਅਬਿਨਾਸੀ ਅਗ हे पूरन हे सर्व मैं हे संगी हे निरंकार हे निर्गुण सब हे गोविंद हे गुण निधान हे अपरंपर हर हरे है पिहोवन हे संत है कै सदा संग हे ठाकुर हों दासरो मैं निर्गुण गुण नहीं नानक दीजै नाम दान
ਹੈ ਪਦੋਈ ਆਏ ਪ੍ਰਭ ਸ਼ਰਨਾਗਤੀ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਪ੍ਰਸਾਦ ਸਚ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀ